ਸਮੈਸਟਰ 4th ਪੰਜਾਬੀ ਕੰਪਿਊਟਰ ਸਿਖਲਾਈ। ਗੁਰਮੁਖੀ ਫੌਂਟ। ਫੌਂਟ ਕੀ ਹੁੰਦਾ ਹੈ? ਦੁਨੀਆ ਦੀ ਹਰ ਇੱਕ ਭਾਸ਼ਾ ਨੂੰ ਕਿਸੇ ਨਾ ਕਿਸੇ ਲਿਪੀ ਵਿੱਚ ਲਿਖਿਆ ਜਾਂਦਾ ਹੈ। ਲਿਪੀ ਅੱਖਰਾਂ ਅਤੇ ਚਿੰਨ੍ਹਾਂ ਦਾ ਸਮੂਹ ਹੁੰਦੀ ਹੈ ਜੋ ਕਿ ਚਿੱਤਰ ਰੂਪ ਵਿੱਚ ਭਾਸ਼ਾ ਦੀਆਂ ਵੱਖ-ਵੱਖ ਧੁਨੀਆਂ ਦੇ ਲਖਾਇਕ ਹੁੰਦੇ ਹਨ। ਕਿਸੇ ਲਿਪੀ ਦੇ ਇਹਨਾਂ ਚਿੱਤਰ ਰੂਪ ਅੱਖਰਾਂ, ਚਿੰਨ੍ਹਾਂ ਅਤੇ ਅੰਕਾਂ ਦੇ ਛਾਪੇ ਨੂੰ ਫੌਂਟ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ, ਚਿੰਨ੍ਹਾਂ ਅਤੇ ਅੰਕਾਂ ਨੂੰ ਤਸਵੀਰ ਰੂਪ ਵਿੱਚ ਛਾਪਣ ਲਈ ਵਰਤੇ ਜਾਂਦੇ ਰੂਪ ਜਾਂ ਸਾਧਨ ਨੂੰ ਫੌਂਟ ਕਿਹਾ ਜਾਂਦਾ ਹੈ। ਫੌਂਟ ਮੁੱਖ ਰੂਪ ਵਿੱਚ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਫੌਂਟ ਮੁੱਖ ਰੂਪ ਵਿੱਚ ਦੋ ਪ੍ਰਕਾਰ ਦੇ ਹੁੰਦੇ ਹਨ, ਇੱਕ ਮਸ਼ੀਨੀ ਫੌਂਟ ਅਤੇ ਦੂਜੇ ਕੰਪਿਊਟਰ ਫੌਂਟ। ਮਸ਼ੀਨੀ ਫੌਂਟ ਲੋਹੇ ਜਾਂ ਸਿੱਕੇ ਦੇ ਬਣੇ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕੰਪਿਊਟਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਛਾਪੇਖਾਨੇ ਵਿੱਚ ਮਸ਼ੀਨਾਂ ਦੀ ਮਦਦ ਨਾਲ ਪੁਸਤਕਾਂ ਅਤੇ ਅਖਬਾਰਾਂ ਆਦਿ ਛਾਪਣ ਲਈ ਹੁੰਦੀ ਸੀ। ਪਰੰਤੂ ਕੰਪਿਊਟਰ ਫੌਂਟ ਇੱਕ ਡਿਜੀਟਲ ਡੇਟਾ ਫਾਈਲ ਦੇ ਰੂਪ ਵਿੱਚ ਲਾਗੂ ਕੀਤਾ ਜਾਂਦਾ ਹੈ ਜਿਸ ਵਿੱਚ ਗ੍ਰਾਫਿਕ ਤੌਰ 'ਤੇ ਸੰਬੰਧਿਤ ਚਿੰਨ੍ਹਾਂ ਚਿੱਤਰਾਂ ਦਾ ਇੱਕ ਸਮੂਹ ਹੁੰਦਾ ਹੈ। ਕੰਪਿਊਟਰ ਵਿੱਚ ਗੁਰਮੁਖੀ ਦਾ ਰਾਵੀ ਅਤੇ ਅੰਗਰੇਜ਼ੀ ਏਰੀਅਲ ਯੂਨੀਕੋਡ ਫੌਂਟ ਵਿੰਡੋਜ਼ ਦਾ ਭਾਗ ਹੋਣ ਕਰਕੇ ਪਹਿਲਾਂ ਹੀ ਮੌਜੂਦ ਹੁੰਦੇ ਹਨ। ਬਾਕੀ ਫੌਂਟਾਂ ਨੂੰ ਤੁਸੀਂ ਲੋੜ ਅਨੁਸਾਰ ਕੰਪਿਊਟਰ ਉੱਤੇ ਇੰਸਟਾਲ ਕਰ ਸਕਦੇ ਹੋ। ਟਾਈਪਫੇਸ ਅਤੇ ਫੌਂਟ ਪਰਿਵਾਰ ਤੋਂ ਕੀ ਭਾਵ ਹੈ? ਫੌਂਟਾਂ ਦੇ ਵੱਖ-ਵੱਖ ਨਮੂਨਿਆਂ ਨੂੰ ਟਾਈਪਫੇਸ ਕਿਹਾ ਜਾਂਦਾ ਹੈ। ਇੱਕੋ ਨਾਂ ਹੇਠ ਤਿਆਰ ਕੀਤੇ ਭਿੰਨ-ਭਿੰਨ ਟਾਈਪਫੇਸਾਂ ਨੂੰ ਫੌਂਟ ਪਰਿਵਾਰ ਕਿਹਾ ਜਾਂਦਾ ਹੈ। ਇੱਕ ਪਰਿਵਾਰ ਦੇ ਸਾਰੇ ਫੌਂਟਾਂ ਦੀ ਕੀ ਮੈਪਿੰਗ ਇੱਕੋ ਜਿਹੀ ਹੁੰਦੀ ਹੈ, ਜਿਵੇਂ ਗੁਰਮੁਖੀ ਫੌਂਟ ਪਰਿਵਾਰ ਦੇ ਰੈਗੂਲਰ, ਲਾਈਟ, ਥਿਨ, ਵਾਈਡ, ਬਲੈਕ, ਬੋਲਡ, ਸਲਿਮ, ਥਿਕ ਅਤੇ ਕਲਮੀ ਆਦਿ ਵੱਖਰੇ-ਵੱਖਰੇ ਟਾਈਪ ਫੌਂਟ ਹਨ। ਗੁਰਮੁਖੀ ਮਸ਼ੀਨ ਫੌਂਟਾਂ ਦੀ ਉਤਪਤੀ ਤੇ ਵਿਕਾਸ ਬਾਰੇ ਸੰਖੇਪ ਜਾਣਕਾਰੀ ਦਿਓ। ਗੁਰਮੁਖੀ ਮਸ਼ੀਨ ਫੌਂਟ ਈਸਾਈ ਮਸ਼ੀਨਰੀਆਂ ਦੀ ਦੇਣ ਹੈ। ਇਸ ਕਰਕੇ ਸਭ ਤੋਂ ਪਹਿਲਾਂ ਗੁਰਮੁਖੀ ਮਸ਼ੀਨ ਫੌਂਟ ਦੀ ਵਰਤੋਂ ਵਿਲੀਅਮ ਕੈਂਗੋ ਦੁਆਰਾ ਕੀਤਾ ਗਿਆ। ਬਾਈਬਲ ਦਾ ਪੰਜਾਬੀ ਅਨੁਵਾਦ ਛਾਪਣ ਲਈ 1811 ਵਿੱਚ ਪੱਛਮੀ ਬੰਗਾਲ ਦੇ ਸ਼੍ਰੀ ਰਾਮ ਮਸ਼ੀਨਰੀ ਪ੍ਰੈਸ ਵਿੱਚ ਕੀਤੀ ਗਈ। ਇੱਥੇ ਹੀ 1812 ਵਿੱਚ ਉਪਰੋਕਤ ਲੇਖਕ ਦੀ ਗੁਰਮੁਖੀ ਵਿੱਚ ਲਿਖੀ ਪੰਜਾਬੀ ਵਿਆਕਰਨ ਛਪੀ। ਸੰਨ 1900 ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਧਨੀ ਰਾਮ ਚਾਤ੍ਰਿਕ ਨੇ ਆਪਣੀ ਗੁਰਦਰਸ਼ਨ ਪ੍ਰਿੰਟਿੰਗ ਪ੍ਰੈਸ ਵਿੱਚ ਗੁਰਮੁਖੀ ਫੌਂਟ ਦੀ ਵਰਤੋਂ ਕਰਕੇ ਪੰਜਾਬੀ ਪੁਸਤਕਾਂ ਛਾਪਣੀਆਂ ਸ਼ੁਰੂ ਕੀਤੀਆਂ। ਗੁਰਮੁਖੀ ਕੰਪਿਊਟਰ ਫੌਂਟਾਂ ਦੀ ਉਤਪਤੀ ਤੇ ਵਰਤੋਂ ਬਾਰੇ ਸੰਖੇਪ ਜਾਣਕਾਰੀ ਦਿਓ। ਅਮਰੀਕਾ ਨਿਵਾਸੀ ਡਾਕਟਰ ਕੁਲਬੀਰ ਸਿੰਘ ਗੁਰਮੁਖੀ ਪੰਜਾਬੀ ਫੌਂਟ ਦੇ ਪਿਤਾਮਾ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ 1984 ਵਿੱਚ ਕੰਪਿਊਟਰ ਲਈ ਗੁਰਮੁਖੀ ਫੌਂਟ ਤਿਆਰ ਕੀਤਾ ਅਤੇ ਇਸ ਫੌਂਟ ਦੀ ਵਰਤੋਂ ਮੈਕ ਕੰਪਿਊਟਰ ਉੱਤੇ ਕੀਤੀ ਜਾਂਦੀ ਸੀ। ਉਹਨਾਂ ਦੇ ਤਿਆਰ ਕੀਤੇ ਫੋਨੋਟਿਕ ਅਤੇ ਰਮਿੰਗਟਨ ਕੀਬੋਰਡ ਉੱਤੇ ਆਧਾਰਿਤ ਫੌਂਟ ਸਾਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਵਰਤੇ ਜਾਂਦੇ ਹਨ। ਕੰਪਿਊਟਰ ਫੌਂਟਾਂ ਦੀਆਂ ਕਈ ਕਿਸਮਾਂ ਹਨ, ਜਿਵੇਂ ਬਿਟਮੈਪ, ਟਾਈਪ 1, ਟਾਈਪ 3, ਟਰੂ ਟਾਈਪ ਅਤੇ ਓਪਨ ਟਾਈਪ ਆਦਿ। ਫੌਂਟ ਉਤਾਰਨ ਮਤਲਬ ਇੰਸਟਾਲ ਕਰਨ ਲਈ ਕੁਝ ਵੈੱਬਸਾਈਟਾਂ ਬਾਰੇ ਜਾਣਕਾਰੀ ਦਿਓ। ਕੰਪਿਊਟਰ ਉੱਤੇ ਫੌਂਟ ਉਤਾਰਨ ਲਈ ਕੰਪਿਊਟਰ ਦਾ ਇੰਟਰਨੈਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ। ਹੇਠ ਲਿਖੇ ਵੈੱਬਸਾਈਟਾਂ ਤੋਂ ਪੰਜਾਬੀ ਫੌਂਟ ਉਤਾਰਨ ਦੀ ਮੁਫਤ ਸਹੂਲਤ ਮੌਜੂਦ ਹੈ। ਫੌਂਟ ਬਦਲੀ ਤਕਨੀਕ। ਗੁਰਮੁਖੀ ਫੌਂਟ ਬਦਲੀ ਤਕਨੀਕ ਬਾਰੇ ਸੰਖੇਪ ਜਾਣਕਾਰੀ ਦਿਓ। ਫੌਂਟ ਕਨਵਰਟਰ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਇੱਕ ਫੌਂਟ ਵਿੱਚ ਤਿਆਰ ਕੀਤੇ ਮੈਟਰ ਨੂੰ ਦੂਜੇ ਫੌਂਟ ਵਿੱਚ ਬਦਲਿਆ ਜਾ ਸਕਦਾ ਹੈ। ਅੰਗਰੇਜ਼ੀ ਵਿੱਚ ਵੱਖਰੇ-ਵੱਖਰੇ ਫੌਂਟਾਂ ਦੇ ਕੀਬੋਰਡ ਖਾਕਿਆਂ ਵਿੱਚ ਸਮਾਨਤਾਵਾਂ ਹੋਣ ਕਰਕੇ ਇੱਕ ਫੌਂਟ ਵਿੱਚ ਟਾਈਪ ਕੀਤੇ ਮੈਟਰ ਉੱਤੇ ਜੇਕਰ ਦੂਜਾ ਫੌਂਟ ਲਾਇਆ ਜਾਵੇ ਤਾਂ ਅੱਖਰਾਂ ਦੀ ਸਿਰਫ ਸ਼ਕਲ ਬਦਲਦੀ ਹੈ, ਪਰ ਉਹਨਾਂ ਵਿੱਚ ਹੋਰ ਕੋਈ ਤਬਦੀਲੀ ਨਹੀਂ ਆਉਂਦੀ। ਪਰੰਤੂ ਪੰਜਾਬੀ ਵਿੱਚ ਅਜਿਹਾ ਨਹੀਂ ਹੁੰਦਾ। ਇਸ ਵਿੱਚ ਇੱਕ ਫੌਂਟ ਵਿੱਚ ਟਾਈਪ ਕੀਤੇ ਮੈਟਰ ਨੂੰ ਦੂਜੇ ਵਿੱਚ ਬਦਲਣ ਲਈ ਕਿਸੇ ਤੀਜੀ ਧਿਰ ਦੇ ਫੌਂਟ ਕਨਵਰਟਰ ਦੀ ਸਹਾਇਤਾ ਲੈਣੀ ਪੈਂਦੀ ਹੈ। ਇਹਨਾਂ ਵਿੱਚੋਂ ਕੁਝ ਫੌਂਟ ਕਨਵਰਟਰ ਪ੍ਰੋਗਰਾਮ
ਹੇਠ ਲਿਖੇ ਵੈਬਸਾਈਟਾਂ ਉੱਤੇ ਪ੍ਰਾਪਤ ਹੁੰਦੇ ਹਨ। www.gurmukhifontconverter.com। ਸੈਕਿੰਡ ਹੈ www.janmejajol.com। ਉਪਰੋਕਤ ਵੈਬਸਾਈਟ ਵਿੱਚੋਂ ਪਹਿਲੀ ਪੰਜਾਬੀ ਸਾਈਟ ਫੌਂਟ ਕਨਵਰਟਰ ਪ੍ਰੋਗਰਾਮ ਦੇ ਜਨਮਦਾਤੇ ਡਾਕਟਰ ਜਨਮੇਜ ਸਿੰਘ ਜੋਹਲ ਦੀ ਹੈ ਅਤੇ ਦੂਜੀ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ। ਇਹਨਾਂ ਦੀ ਵਰਤੋਂ ਨਾਲ ਤੁਸੀਂ ਇੱਕ ਫੌਂਟ ਵਿੱਚ ਟਾਈਪ ਕੀਤੇ ਮੈਟਰ ਨੂੰ ਦੂਜੇ ਫੌਂਟ ਵਿੱਚ ਪਲਟ ਸਕਦੇ ਹੋ। ਇਸ ਰਾਹੀਂ ਅਸੀਸ, ਅਨਮੋਲ ਲਿਪੀ ਆਦਿ ਵਿੱਚ ਤਿਆਰ ਕੀਤੇ ਮੈਟਰ ਨੂੰ ਸਤਲੁਜ ਫੌਂਟ ਵਿੱਚ ਬਦਲਿਆ ਜਾ ਸਕਦਾ ਹੈ, ਜਿਸ ਦੀ ਪੁਸਤਕ ਪ੍ਰਕਾਸ਼ਨ ਅਤੇ ਅਖਬਾਰ ਪ੍ਰਕਾਸ਼ਨ ਲਈ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਕੀਬੋਰਡ ਕੀ ਹੁੰਦਾ ਹੈ? ਕੰਪਿਊਟਰ ਨੂੰ ਇਨਪੁਟ ਦੇਣ ਲਈ ਉਸ ਨਾਲ ਇੱਕ ਅਜਿਹਾ ਬੋਰਡ ਜੋੜਿਆ ਜਾਂਦਾ ਹੈ ਜਿਸ ਉੱਤੇ ਟਾਈਪਰਾਈਟਰ ਵਰਗੇ ਬਟਨ ਲੱਗੇ ਹੁੰਦੇ ਹਨ। ਇਸ ਦੇ ਭਿੰਨ-ਭਿੰਨ ਬਟਨਾਂ ਨੂੰ ਦਬਾ ਕੇ ਕੰਪਿਊਟਰ ਨੂੰ ਇਨਪੁਟ ਦਿੱਤੀ ਜਾਂਦੀ ਹੈ। ਇਸ ਦੇ ਬਟਨ ਦਬਾਉਣ ਨਾਲ ਕੀਬੋਰਡ ਤੋਂ ਬਿਜਲਈ ਸੰਕੇਤ ਪੈਦਾ ਹੁੰਦਾ ਹੈ ਜੋ ਤਾਰ ਰਾਹੀਂ CPU ਵਿੱਚ ਜਾਂਦਾ ਹੈ ਅਤੇ ਦਬਾਏ ਗਏ ਉਸ ਵਿਸ਼ੇਸ਼ ਅੱਖਰ, ਅੰਕ ਜਾਂ ਚਿੰਨ੍ਹ ਨੂੰ ਮਾਨੀਟਰ ਉੱਤੇ ਰੂਪਮਾਨ ਕਰਨ ਦੀ ਹਿਦਾਇਤ ਕਰਦਾ ਹੈ। ਆਮ ਕਰਕੇ ਗੁਰਮੁਖੀ ਜਾਂ ਕਿਸੇ ਹੋਰ ਖੇਤਰੀ ਭਾਸ਼ਾ ਵਿੱਚ ਟਾਈਪ ਕਰਨ ਲਈ ਅੰਗਰੇਜ਼ੀ ਕੀਬੋਰਡ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਕੀਬੋਰਡ ਲੇਆਊਟ ਤੋਂ ਕੀ ਭਾਵ ਹੈ? ਕੀਬੋਰਡ ਲੇਆਊਟ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਦੀ ਸਹਾਇਤਾ ਨਾਲ ਅਸੀਂ ਆਪਣੇ ਭੌਤਿਕ ਕੀਬੋਰਡ ਦੀ ਸੈਟਿੰਗ ਵਿੱਚ ਤਬਦੀਲੀ ਕਰ ਸਕਦੇ ਹਾਂ। ਇੱਕ ਸਧਾਰਨ ਅੰਗਰੇਜ਼ੀ ਵਾਲੇ ਕੀਬੋਰਡ ਨੂੰ ਅਸੀਂ ਪੰਜਾਬੀ ਦੇ ਰਮਿੰਗਟਨ ਤੇ ਫੋਨੈਟਿਕ ਕੀਬੋਰਡ ਵਜੋਂ ਵਰਤੋਂ ਵਿੱਚ ਲਿਆ ਸਕਦੇ ਹਾਂ। ਕੀਬੋਰਡ ਫੌਂਟ ਨਾਲ ਸਿੱਧਾ ਸੰਬੰਧ ਰੱਖਦਾ ਹੈ। ਅਸੀਸ, ਗੁਰਮੁਖੀ ਅਤੇ ਸਤਲੁਜ ਵਰਗੇ ਫੌਂਟ ਰਮਿੰਗਟਨ ਕੀਬੋਰਡ ਉੱਤੇ ਆਧਾਰਿਤ ਹਨ, ਪਰੰਤੂ ਅਨਮੋਲ ਲਿਪੀ, ਅੰਮ੍ਰਿਤ ਲਿਪੀ ਅਤੇ ਧਨੀ ਰਾਮ ਚਾਤ੍ਰਿਕ ਆਦਿ ਫੋਨੈਟਿਕ ਕੀਬੋਰਡ ਉੱਤੇ ਆਧਾਰਿਤ ਹਨ। ਜੇਕਰ ਤੁਹਾਡਾ ਕੀਬੋਰਡ ਅਤੇ ਫੌਂਟ ਇੱਕੋ ਹੀ ਸ਼੍ਰੇਣੀ ਦੇ ਹਨ ਤਾਂ ਕੋਈ ਮੁਸ਼ਕਿਲ ਨਹੀਂ, ਪਰੰਤੂ ਜੇਕਰ ਤੁਹਾਡਾ ਕੀਬੋਰਡ ਅਤੇ ਫੌਂਟ ਵੱਖ-ਵੱਖ ਸ਼੍ਰੇਣੀਆਂ ਦੇ ਹਨ ਤਾਂ ਤੁਹਾਨੂੰ ਕੋਈ ਕੀਬੋਰਡ ਪ੍ਰੋਗਰਾਮ ਵਰਤਣਾ ਪਵੇਗਾ, ਅਰਥਾਤ ਕੋਈ ਟਾਈਪਿਸਟ ਰਮਿੰਗਟਨ ਕੀਬੋਰਡ ਵਰਤ ਕੇ ਸਤਲੁਜ ਫੌਂਟ ਵਿੱਚ ਟਾਈਪ ਕਰ ਸਕਦਾ ਹੈ, ਪਰੰਤੂ ਗੈਰ ਟਾਈਪਿਸਟ ਰਮਿੰਗਟਨ ਕੀਬੋਰਡ ਵਰਤ ਕੇ ਅਨਮੋਲ ਫੌਂਟ ਵਿੱਚ ਟਾਈਪ ਨਹੀਂ ਕਰ ਸਕਦਾ ਅਤੇ ਉਸਨੂੰ ਕੰਪਿਊਟਰ ਲੇਆਊਟ ਪ੍ਰੋਗਰਾਮ ਦੀ ਜ਼ਰੂਰਤ ਪਵੇਗੀ। ਕੀਬੋਰਡ ਲੇਆਊਟ ਕੰਪਿਊਟਰ ਦੇ ਕੀਬੋਰਡ ਦੇ ਬਟਨਾਂ ਦੀ ਇੱਕ ਯੰਤਰਿਕ ਲੇਬਲ ਜਾਂ ਲੇਆਊਟ ਉੱਤੇ ਆਧਾਰਿਤ ਵਿਵਸਥਾ ਹੈ। ਯੰਤਰਿਕ ਲੇਆਊਟ ਕੀਬੋਰਡ ਦੇ ਬਟਨਾਂ ਦੀ ਸਥਾਨ ਬਦਲੀ। ਦ੍ਰਿਸ਼ ਲੇਆਊਟ ਕੀਬੋਰਡ ਦੇ ਬਟਨਾਂ ਉੱਪਰ ਲਿਖੇ ਅੱਖਰਾਂ, ਅੰਕਾਂ ਅਤੇ ਚਿੰਨ੍ਹਾਂ ਦੀ ਅਦਲਾ ਬਦਲੀ। ਲੇਆਊਟ ਪ੍ਰੋਗਰਾਮ ਕਿਸੇ ਕੰਪਿਊਟਰ ਪ੍ਰੋਗਰਾਮ ਦੀ ਸਹਾਇਤਾ ਨਾਲ ਘਟਨਾ ਵਿੱਚ ਹੋਣ ਵਾਲੀ ਅੱਖਰਾਂ, ਅੰਕਾਂ ਜਾਂ ਚਿੰਨ੍ਹਾਂ ਵਿੱਚ ਅਦਲਾ ਬਦਲੀ। ਪੰਜਾਬੀ ਕੀਬੋਰਡ ਲੇਆਊਟ ਸੰਬੰਧੀ ਸੰਖੇਪ ਜਾਣਕਾਰੀ ਦਿਓ। ਕੰਪਿਊਟਰ ਉੱਤੇ ਗੁਰਮੁਖੀ ਵਿੱਚ ਪੰਜਾਬੀ ਭਾਸ਼ਾ ਨੂੰ ਟਾਈਪ ਕਰਨ ਲਈ ਬਹੁਤ ਸਾਰੇ ਕੀਬੋਰਡ ਲੇਆਊਟ ਵਿਕਸਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਹੇਠ ਲਿਖੇ ਤਿੰਨ ਪ੍ਰਮੁੱਖ ਹਨ: ਫੋਨੈਟਿਕ ਕੀਬੋਰਡ, ਰਮਿੰਗਟਨ ਕੀਬੋਰਡ, ਇਨਸਕ੍ਰਿਪਟਡ ਕੀਬੋਰਡ। ਫੋਨੈਟਿਕ ਕੀਬੋਰਡ ਨਾਲ ਸੰਖੇਪ ਜਾਣ ਪਛਾਣ ਕਰਾਓ। ਫੋਨੈਟਿਕ ਇੱਕ ਧੁਨੀਆਤਮਕ ਕੀਬੋਰਡ ਹੈ। ਟਾਈਪ ਕਰਨ ਲਈ ਇਸ ਦੀ ਵਰਤੋਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨੀਆਂ ਦੇ ਆਧਾਰ 'ਤੇ ਕੀਤੀ ਜਾ ਸਕਦੀ ਹੈ। ਇਹ ਗੈਰ ਟਾਈਪਿਸਟ ਵਰਤੋਂਕਾਰਾਂ ਲਈ ਲਾਭਦਾਇਕ ਹੈ ਕਿਉਂਕਿ ਇਸ ਉੱਤੇ ਕੰਮ ਕਰਨਾ ਸੌਖਾ ਅਤੇ ਸਰਲ ਹੈ। ਇਸ ਕੀਬੋਰਡ ਦੀ ਵਰਤੋਂ ਕਰਕੇ ਟਾਈਪ ਕਰਨ ਲਈ ਬਹੁਤ ਸਾਰੇ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਇਹਨਾਂ ਵਿੱਚੋਂ ਜਿਨ੍ਹਾਂ ਦੀ ਵਰਤੋਂ ਆਮ ਕੀਤੀ ਜਾ ਰਹੀ ਹੈ, ਉਹਨਾਂ ਵਿੱਚੋਂ ਕੁਝ ਨਾਂ ਹੇਠ ਲਿਖੇ ਹਨ: ਅਨਮੋਲ ਲਿਪੀ, ਧਨੀ ਰਾਮ ਚਾਤ੍ਰਿਕ ਵੈਬ, ਅਮਰ ਲਿਪੀ, ਸਮਤੋਲ ਲਿਪੀ, ਸ਼੍ਰੀ ਅੰਗਦ, ਅੰਮ੍ਰਿਤ ਲਿਪੀ, ਸ਼੍ਰੀ ਗ੍ਰੰਥ ਆਦਿ। ਇਹਨਾਂ ਫੋਨੈਟਿਕ ਫੌਂਟਾਂ ਨੂੰ ਅਸੀਂ ਹੇਠ ਲਿਖੀ ਸਾਈਟਾਂ ਤੋਂ ਪ੍ਰਾਪਤ ਕਰ ਸਕਦੇ ਹਾਂ। ਫੋਨੈਟਿਕ ਟਾਈਪਿੰਗ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਅਤੇ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਗੁਰਮੁਖੀ ਦੇ ਅੱਖਰ ਕੱਕਾ, ਗੱਗਾ ਅਤੇ ਪੱਪਾ, ਬੱਬਾ ਨੂੰ ਟਾਈਪ ਕਰਨ ਲਈ ਕੀਬੋਰਡ ਸਧਾਰਨ ਸਥਿਤੀ ਵਿੱਚ ਰਹਿਣਾ ਚਾਹੀਦਾ ਹੈ, ਭਾਵ ਸ਼ਿਫਟ ਕੀ ਅਤੇ ਕੈਪਸ ਲੌਕ ਨਹੀਂ ਦਬਾਉਣੇ ਚਾਹੀਦੇ। ਸਗੋਸ਼ ਮਹਾਪਰਾਣ ਵਿਅੰਜਨ ਖੱਖਾ, ਘੱਗਾ ਅਤੇ ਫੱਫਾ, ਭੱਬਾ
ਟਾਈਪ ਕਰਨ ਸਮੇਂ ਕੀਬੋਰਡ ਦੀ ਸ਼ਿਫਟ ਕੀ ਦਬਾਈ ਜਾ ਸਕਦੀ ਹੈ ਅਤੇ ਕੈਪਸ ਲੌਕ ਔਨ ਕੀਤਾ ਜਾ ਸਕਦਾ ਹੈ। ਅਰਥਾਤ ਕੱਕਾ ਟਾਈਪ ਕਰਨ ਲਈ ਕੇ ਕੀ ਨੂੰ ਇੱਕ ਉਂਗਲ ਨਾਲ ਸਧਾਰਨ ਰੂਪ ਵਿੱਚ ਦਬਾਇਆ ਜਾਂਦਾ ਹੈ, ਪਰੰਤੂ ਖੱਖਾ ਟਾਈਪ ਕਰਨ ਲਈ ਇੱਕ ਉਂਗਲ ਨਾਲ ਸ਼ਿਫਟ ਨੂੰ ਦਬਾ ਕੇ ਦੂਜੀ ਉਂਗਲ ਨਾਲ ਕੇ ਨੂੰ ਦਬਾਇਆ ਜਾਂਦਾ ਹੈ। ਗੁਰਮੁਖੀ ਦੇ ਚਿੰਨ੍ਹਾਂ, ਕੰਨਾਂ ਤੇ ਅੱਖਰ ਤੱਤਾਂ ਨੂੰ ਅਤੇ ਅੱਧਕ ਨੂੰ ਟਾਈਪ ਕਰਨ ਲਈ ਇਹਨਾਂ ਅੱਖਰਾਂ ਦੀ ਵਿਸ਼ੇਸ਼ ਸੈਟਿੰਗ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਇਸ ਪ੍ਰਕਾਰ ਹੈ: ਕੰਨਾਂ ਲਈ ਛੋਟੇ W, ਅੱਧਕ ਲਈ ਤੱਤਾ, ਅੱਖਰ ਲਈ ਛੋਟੇ ਕਿਊ ਦੀ ਵਰਤੋਂ ਕਰੋ। ਇਸੇ ਤਰ੍ਹਾਂ ਬਿੰਦੀ ਵਾਲਾ ਕੰਨਾ ਪਾਉਣ ਲਈ ਵੱਡਾ W, ਲਾਈਨ ਵਾਲੀ ਅੱਧਕ ਲਈ ਤੇ ਥੱਥਾ ਲਈ ਅੱਖਰ ਲਈ ਵੱਡੇ ਕਿਊ ਦੀ ਵਰਤੋਂ ਕੀਤੀ ਜਾਂਦੀ ਹੈ। ਰਮਿੰਗਟਨ ਕੀਬੋਰਡ ਨਾਲ ਸੰਖੇਪ ਜਾਣ ਪਛਾਣ ਕਰਾਓ। ਰਮਿੰਗਟਨ ਕੀਬੋਰਡ ਟਾਈਪਰਾਈਟਰ ਵਾਲਾ ਕੀਬੋਰਡ ਹੀ ਹੈ। ਇਸ ਦੀ ਵਰਤੋਂ ਟਾਈਪਿਸਟ ਲੋਕ ਹੀ ਕਰ ਸਕਦੇ ਹਨ। ਇੱਥੇ ਰਮਿੰਗਟਨ ਟਾਈਪਿੰਗ ਤੋਂ ਭਾਵ ਅਜਿਹੀ ਟਾਈਪਿੰਗ ਤੋਂ ਹੈ ਜਿਹੜੀ ਪੂਰੀ ਤਰ੍ਹਾਂ ਸਪਰਸ਼ ਤਕਨੀਕ ਦੇ ਆਧਾਰ ਉੱਤੇ ਹੈ। ਇਸ ਤਕਨੀਕ ਵਿੱਚ ਟਾਈਪਿਸਟ ਕੀਬੋਰਡ ਦੇ ਬਟਨਾਂ ਵੱਲ ਨਹੀਂ ਵੇਖਦਾ, ਸਗੋਂ ਮੋਨੀਟਰ ਦੀ ਸਕਰੀਨ ਵੱਲ ਦੇਖਦਾ ਹੈ। ਉਹ ਉਂਗਲਾਂ ਦੀ ਛੋਹ ਨਾਲ ਕੀਬੋਰਡ ਵੱਲ ਬਿਨਾਂ ਦੇਖਿਆਂ ਹੀ ਟਾਈਪ ਕਰਦਾ ਰਹਿੰਦਾ ਹੈ। ਇਸ ਵਿੱਚ ਟਾਈਪਿੰਗ ਦਾ ਰੋਮਨ ਅੱਖਰਾਂ ਜਾਂ ਅੱਖਰਾਂ ਦੀਆਂ ਧੁਨੀਆਂ ਨਾਲ ਕੋਈ ਸੰਬੰਧ ਨਹੀਂ। ਇਹ ਆਪਣੇ ਆਪ ਵਿੱਚ ਇੱਕ ਪੁਰਾਤਨ ਤੇ ਵੱਖਰੀ ਤਕਨੀਕ ਹੈ। ਪੇਸ਼ਾਵਰ ਟਾਈਪਿਸਟ ਆਮ ਕਰਕੇ ਰਮਿੰਗਟਨ ਟਾਈਪਿੰਗ ਦੀ ਵਰਤੋਂ ਕਰਦੇ ਹਨ ਤੇ ਇਸ ਦੀ ਸਿਖਲਾਈ ਕਰੜੀ ਮਿਹਨਤ ਤੇ ਲੰਮੇ ਸਮੇਂ ਦੇ ਅਭਿਆਸ ਨਾਲ ਪ੍ਰਾਪਤ ਹੁੰਦੀ ਹੈ। ਰਮਿੰਗਟਨ ਟਾਈਪਿੰਗ ਲਈ ਬਹੁਤ ਸਾਰੇ ਫੌਂਟਾਂ ਦਾ ਵਿਕਾਸ ਹੋਇਆ, ਜਿਨ੍ਹਾਂ ਵਿੱਚੋਂ ਵਧੇਰੇ ਪ੍ਰਚਲਿਤ ਹੇਠ ਲਿਖੇ ਹਨ: ਸਤਲੁਜ, ਜ਼ੁਆਏ, ਅਸੀਸ, ਗੁਰਮੁਖੀ, ਪ੍ਰਾਈਮਜਾ ਆਦਿ। ਪੰਜਾਬੀ ਦੇ ਰਮਿੰਗਟਨ ਫੌਂਟ ਪ੍ਰਾਪਤ ਕਰਨ ਲਈ ਇੰਟਰਨੈੱਟ ਉੱਤੇ ਬਹੁਤ ਸਾਰੇ ਵੈਬਸਾਈਟ ਮੌਜੂਦ ਹਨ। ਇਹਨਾਂ ਵਿੱਚੋਂ ਪ੍ਰਮੁੱਖ ਪਿੱਛੇ ਦਿੱਤੇ ਫੋਨੈਟਿਕ ਫੌਂਟਾਂ ਵਾਲੇ ਹੀ ਹਨ। ਇਨਸਕ੍ਰਿਪਟ ਸ਼ਿਲਾਲੇਖੀ ਕੀਬੋਰਡ ਨਾਲ ਜਾਣ ਪਛਾਣ ਕਰਾਓ। ਭਾਰਤ ਵਿੱਚ ਵੱਖ-ਵੱਖ ਭਾਸ਼ਾਵਾਂ ਨੂੰ ਟਾਈਪ ਕਰਨ ਲਈ ਉਹਨਾਂ ਦੀਆਂ ਲਿਪੀਆਂ ਲਈ ਇੱਕ ਸਾਂਝਾ ਮਿਆਰੀ ਕੀਬੋਰਡ ਲੇਆਊਟ ਬਣਾਇਆ ਗਿਆ ਹੈ, ਜਿਸ ਨੂੰ ਇਨਸਕ੍ਰਿਪਟ ਜਾਂ ਸ਼ਿਲਾਲੇਖੀ ਕੀਬੋਰਡ ਲੇਆਊਟ ਕਿਹਾ ਜਾਂਦਾ ਹੈ। ਇਸ ਕੀਬੋਰਡ ਦਾ ਮਿਆਰ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ, ਜੋ ਭਾਰਤੀ ਭਾਸ਼ਾਵਾਂ ਨੂੰ ਟਾਈਪ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਇਸ ਦਾ ਵਿਕਾਸ ਸੀਡੈਕ ਨੇ ਕੀਤਾ ਸੀ। ਹੁਣ ਇਹ ਵਿੰਡੋਜ਼, ਲਾਈਨਕਸ ਅਤੇ ਮੈਕ ਓਪਰੇਟਿੰਗ ਸਿਸਟਮ ਵਿੱਚ ਪਹਿਲਾਂ ਹੀ ਮੌਜੂਦ ਹੁੰਦਾ ਹੈ ਅਤੇ ਇਸ ਦੀ ਵਰਤੋਂ ਮੋਬਾਈਲ ਫੋਨਾਂ ਵਿੱਚ ਵੀ ਕੀਤੀ ਜਾ ਰਹੀ ਹੈ। ਬਹੁਤੀਆਂ ਭਾਰਤੀ ਲਿਪੀਆਂ ਦਾ ਵਿਕਾਸ ਬ੍ਰਹਮੀ ਲਿਪੀ ਵਿੱਚੋਂ ਹੋਇਆ ਹੋਣ ਕਰਕੇ ਉਹਨਾਂ ਦੇ ਅੱਖਰਾਂ ਤੇ ਚਿੰਨ੍ਹਾਂ ਦੀ ਬਣਤਰ ਵਿੱਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਹਨ। ਇਸੇ ਆਧਾਰ 'ਤੇ ਇਹ ਕੀਬੋਰਡ ਤਿਆਰ ਕੀਤਾ ਗਿਆ ਹੈ। ਇਸ ਸਿਸਟਮ ਰਾਹੀਂ ਜਦੋਂ ਕੋਈ ਵਿਅਕਤੀ ਇੱਕ ਲਿਪੀ ਵਿੱਚ ਟਾਈਪ ਕਰਨਾ ਸਿੱਖ ਲੈਂਦਾ ਹੈ ਤਾਂ ਉਹ ਕਿਸੇ ਵੀ ਹੋਰ ਭਾਰਤੀ ਲਿਪੀ ਵਿੱਚ ਵੀ ਟਾਈਪ ਕਰ ਸਕਦਾ ਹੈ। ਇਹ ਕੀਬੋਰਡ ਯੂਨੀਕੋਡ ਦਾ ਵੀ ਪੂਰਾ ਸਮਰਥਨ ਕਰਦਾ ਹੈ। ਇਨਸਕ੍ਰਿਪਟ ਕੀਬੋਰਡ ਦਾ ਲੇਆਊਟ ਤਕਨੀਕੀ ਪੱਖ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕੀਬੋਰਡ ਦੇ ਮੱਧ ਵਾਲੀ ਅਤੇ ਉੱਪਰਲੀ ਪੰਕਤੀ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਏ 'ਤੇ ਹੌੜਾ ਅਤੇ ਸ਼ਿਫਟ ਦਬਾ ਕੇ ਉਹ ਟਾਈਪ ਹੁੰਦਾ ਹੈ। ਇਸੇ ਤਰ੍ਹਾਂ ਐਸ 'ਤੇ ਲਾਂ ਅਤੇ ਸ਼ਿਫਟ ਦਬਾ ਕੇ ਏ ਟਾਈਪ ਹੁੰਦਾ ਹੈ। ਯੂਨੀਕੋਡ ਪ੍ਰਣਾਲੀ। ਕੰਪਿਊਟਰ ਕਿਵੇਂ ਕੰਮ ਕਰਦਾ ਹੈ? ਕੰਪਿਊਟਰ ਇੱਕ ਇਲੈਕਟ੍ਰੋਨਿਕ ਅੰਕੜਾ ਜਾਂ ਜਾਣਕਾਰੀ ਸੰਸਥਾਪਨ ਮਸ਼ੀਨ ਹੈ। ਕਈ ਇਸ ਲਈ ਅੰਕੜਾ ਜਾਂ ਜਾਣਕਾਰੀ ਪ੍ਰਕਿਰਿਆ ਮਸ਼ੀਨ ਸ਼ਬਦ ਵੀ ਵਰਤਦੇ ਹਨ। ਕੰਪਿਊਟਰ ਉੱਤੇ ਪਾਈਆਂ ਜਾਣ ਵਾਲੀਆਂ ਲਿਖਤਾਂ, ਦਸਤਾਵੇਜ਼, ਗੀਤ ਸੰਗੀਤ, ਫੋਟੋਆਂ ਅਤੇ ਫਿਲਮਾਂ ਆਦਿ ਕੰਪਿਊਟਰ ਲਈ ਸਿਰਫ ਅੰਕੜੇ ਹੀ ਹਨ। ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਕੰਪਿਊਟਰ ਸਿਰਫ ਦੋ ਅੰਕਾਂ 0 ਮਤਲਬ 0 ਅਤੇ 1 ਮਤਲਬ 1 ਨੂੰ ਹੀ ਸਮਝ ਸਕਦਾ ਹੈ। 0 ਤੇ 1 ਕੰਪਿਊਟਰ ਲਈ ਅੰਕੜਾ ਜਾਂ ਜਾਣਕਾਰੀ ਹਨ। ਇਹਨਾਂ ਦੋਹਾਂ ਅੰਕਾਂ ਦੇ ਜੁੱਟਾਂ ਤੋਂ ਬਣੇ ਅੰਕੜਿਆਂ ਦੀ ਵਿਲੱਖਣ ਪ੍ਰਣਾਲੀ ਨੂੰ ਬਾਈਨਰੀ ਅੰਕ ਪ੍ਰਣਾਲੀ ਅਰਥਾਤ ਕੰਪਿਊਟਰ ਦੀ ਭਾਸ਼ਾ ਕਿਹਾ ਜਾਂਦਾ ਹੈ। ਕੰਪਿਊਟਰ ਵਿੱਚ ਵਰਤੇ ਜਾਣ ਵਾਲੇ ਇਹਨਾਂ ਦੋ ਅੰਕਾਂ 0 ਅਤੇ 1 ਨੂੰ ਬਿਟਸ ਦਾ ਨਾਂ ਦਿੱਤਾ ਜਾਂਦਾ ਹੈ। 8 ਬਿਟਸ ਮਿਲ ਕੇ 1 ਬਾਈਟ ਬਣਦਾ ਹੈ, ਜੋ ਕਿ ਮੈਮਰੀ ਸਾਈਜ਼ ਦਾ ਇੱਕ ਯੂਨਿਟ ਮੰਨਿਆ ਜਾਂਦਾ ਹੈ।
ਕੰਪਿਊਟਰ ਵਿੱਚ ਲਿਖਤ ਨੂੰ ਪੇਸ਼ ਕਰਨ ਲਈ ਜਿਨ੍ਹਾਂ ਸੰਕੇਤਾਂ ਦੀ ਵਰਤੋਂ ਹੁੰਦੀ ਹੈ ਉਹਨਾਂ ਨੂੰ ਕੋਡ ਦਾ ਨਾਂ ਦਿੱਤਾ ਗਿਆ ਹੈ। ਕੰਪਿਊਟਰ ਵਿੱਚ ਹਰ ਇੱਕ ਅੰਕ, ਅੱਖਰ ਜਾਂ ਚਿੰਨ੍ਹ ਨੂੰ ਦਰਸਾਉਣ ਲਈ 7 ਤੋਂ 16 ਬਿਟ ਬਾਈਨਰੀ ਕੋਡ ਦੀ ਵਰਤੋਂ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਬਾਈਨਰੀ ਅੰਕ 1 0 0 0 0 0 1 ਦਸ਼ਮਲਵ ਅੰਕ 6 5 ਨੂੰ ਦਰਸਾਉਂਦਾ ਹੈ, ਜੋ ਕਿ ਆਸਕੀ ਕੋਡ ਵਿੱਚ ਅੰਗਰੇਜ਼ੀ ਦੇ ਅੱਖਰ A ਨੂੰ ਅੰਕਿਤ ਕਰਦਾ ਹੈ। ਕੰਪਿਊਟਰ ਵਿੱਚ ਆਸਕੀ ਤੋਂ ਇਲਾਵਾ ਇਸਕੀ ਅਤੇ ਯੂਨੀਕੋਡ ਆਦਿ ਕਈ ਕੋਡਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੰਪਿਊਟਰ ਵਿੱਚ ਅੰਗਰੇਜ਼ੀ ਲਿਖਣ ਲਈ ਵਰਤੀ ਜਾਂਦੀ ਆਸਕੀ ਕੋਡ ਨਾਲ ਜਾਣ ਪਛਾਣ ਕਰਾਓ। ਆਸਕੀ ਸ਼ਬਦ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ ਦਾ ਸੰਖੇਪ ਰੂਪ ਹੈ। ਇਹ ਅੰਗਰੇਜ਼ੀ ਜਾਂ ਲਾਤੀਨੀ ਕੋਡ ਪ੍ਰਣਾਲੀ ਹੈ। ਆਸਕੀ 8 ਬਿਟਸ ਵਾਲਾ ਇੱਕ ਸੰਕੇਤ ਕੋਡ ਹੈ। ਇਸ ਵਿੱਚ 0 0 ਅਤੇ 1 ਦੇ ਮੇਲ ਨਾਲ 256 ਵੱਖ-ਵੱਖ ਜੁੱਟ ਬਣ ਸਕਦੇ ਹਨ, ਅਰਥਾਤ ਇਸ ਵਿੱਚ ਕਿਸੇ ਭਾਸ਼ਾ ਦੇ 256 ਵੱਖ-ਵੱਖ ਅੱਖਰਾਂ, ਅੰਕਾਂ ਅਤੇ ਹੋਰ ਚਿੰਨ੍ਹਾਂ ਨੂੰ ਰੂਪਮਾਨ ਕੀਤਾ ਜਾ ਸਕਦਾ ਹੈ। ਮੁੱਢਲੇ ਪੜਾਅ ਦੀਆਂ ਸਾਰੀਆਂ ਕੰਪਿਊਟਰੀ ਖੋਜਾਂ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋਈਆਂ ਹਨ। ਇਸ ਕਰਕੇ ਕੰਪਿਊਟਰ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਅੰਗਰੇਜ਼ੀ ਲਈ ਵਧੇਰੇ ਅਨੁਕੂਲ ਹੈ। ਇਸ ਕਰਕੇ ਜਿਉਂ-ਜਿਉਂ ਲੋੜ ਮਹਿਸੂਸ ਹੋਈ ਤਾਂ ਵੱਖ-ਵੱਖ ਭਾਸ਼ਾ ਪ੍ਰੇਮੀਆਂ ਨੇ ਆਪੋ ਆਪਣੀ ਭਾਸ਼ਾ ਦੇ ਫੌਂਟ ਬਣਾ ਲਏ। ਪੰਜਾਬੀ ਵਿੱਚ ਇਸ ਸੰਬੰਧ ਵਿੱਚ ਪਹਿਲਾ ਉੱਦਮ ਡਾਕਟਰ ਕੁਲਬੀਰ ਸਿੰਘ ਥਿੰਦ ਨੇ 1984 ਵਿੱਚ ਕੀਤਾ। ਇਸ ਤੋਂ ਪਿੱਛੋਂ ਬਹੁਤ ਸਾਰੇ ਹੋਰ ਵਿਅਕਤੀਆਂ ਨੇ ਪੰਜਾਬੀ ਦੇ ਵੱਖ-ਵੱਖ ਫੌਂਟ ਬਣਾ ਲਏ ਅਤੇ ਨਾਲ ਹੀ ਉਹਨਾਂ ਨੇ ਆਪੋ ਆਪਣੇ ਫੌਂਟਾਂ ਲਈ ਵੱਖ-ਵੱਖ ਕੀਬੋਰਡ ਵੀ ਬਣਾ ਲਏ। ਇਸ ਨਾਲ ਸਮੱਸਿਆ ਇਹ ਆਉਣ ਲੱਗੀ ਕਿ ਜੇਕਰ ਇੱਕ ਫੌਂਟ ਦੀ ਵਰਤੋਂ ਕਰਦਿਆਂ ਇੱਕ ਕੀ ਦਬਾਉਣ ਨਾਲ ਕੱਕਾ ਪੈਂਦਾ ਹੈ ਤਾਂ ਦੂਜੇ ਫੌਂਟ ਵਿੱਚ ਉਸੇ ਬਟਨ ਨਾਲ ਕੋਈ ਹੋਰ ਅੱਖਰ ਜਾਂ ਚਿੰਨ੍ਹ ਰੂਪਮਾਨ ਹੁੰਦਾ ਹੈ। ਇਹਨਾਂ ਫੌਂਟਾਂ ਦਾ ਆਧਾਰ ਆਸਕੀ ਹੋਣ ਕਰਕੇ ਕਈ ਹੋਰ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਸਨ। ਕੰਪਿਊਟਰ ਵਿੱਚ ਵਰਤੀ ਜਾਣ ਵਾਲੀ ਭਾਰਤੀ ਕੋਡ ਪ੍ਰਣਾਲੀ ਇਸਕੀ ਨਾਲ ਸੰਖੇਪ ਜਾਣ ਪਛਾਣ ਕਰਾਓ। ਇਸਕੀ ਦਾ ਪੂਰਾ ਨਾਮ ਇੰਡੀਅਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਭਾਰਤ ਸਰਕਾਰ ਨੇ 1991 ਵਿੱਚ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਉੱਤੇ ਇਕੱਠਾ ਕਰਨ ਦੇ ਮੰਤਵ ਨਾਲ ਇਹ ਸੰਕੇਤ ਪ੍ਰਣਾਲੀ ਤਿਆਰ ਕੀਤੀ ਸੀ। ਇਸ ਪ੍ਰਣਾਲੀ ਦੀ ਵਰਤੋਂ ਭਾਰਤ ਦੀਆਂ ਬੰਗਾਲੀ, ਅਸਾਮੀ, ਗੁਰਮੁਖੀ, ਦੇਵਨਾਗਰੀ, ਗੁਜਰਾਤੀ, ਕੰਨੜ, ਮਲਿਆਲਮ ਅਤੇ ਤੇਲਗੂ ਆਦਿ ਲਈ ਕੀਤੀ ਜਾ ਸਕਦੀ ਹੈ। ਭਾਰਤੀ ਭਾਸ਼ਾਵਾਂ ਦੀਆਂ ਲਿਪੀਆਂ ਪੁਰਾਤਨ ਬ੍ਰਹਮੀ ਲਿਪੀ ਵਿੱਚੋਂ ਵਿਕਸਿਤ ਹੋਈਆਂ ਹੋਣ ਕਰਕੇ ਉਹਨਾਂ ਵਿੱਚ ਵਰਤੇ ਜਾਂਦੇ ਭਿੰਨ-ਭਿੰਨ ਅੱਖਰਾਂ ਦੀ ਬਣਤਰ ਅਤੇ ਉਹਨਾਂ ਨਾਲ ਸੰਬੰਧਿਤ ਧੁਨੀ ਦਾ ਉਚਾਰਨ ਲਗਭਗ ਇੱਕੋ ਜਿਹਾ ਹੈ। ਇਹ ਇੱਕ ਧੁਨੀਆਤਮਕ ਪ੍ਰਣਾਲੀ ਹੈ। ਇਸ ਵਿੱਚ ਇੱਕ ਧੁਨੀ ਲਈ ਕੇਵਲ ਇੱਕੋ ਅੱਖਰ ਹੀ ਨਿਸ਼ਚਿਤ ਕੀਤਾ ਗਿਆ ਹੈ। ਇਸ ਵਿੱਚ ਅੱਖਰਾਂ ਦੀ ਕੀਬੋਰਡ ਦੇ ਅੰਗਰੇਜ਼ੀ ਅੱਖਰਾਂ ਦੇ ਧੁਨੀ ਉਚਾਰਨ ਨਾਲ ਮਿਲਾਨ ਕਰਕੇ ਵਿਉਂਤਬੰਦੀ ਕੀਤੀ ਗਈ ਹੈ। ਇਸ ਤਰ੍ਹਾਂ ਭਿੰਨ-ਭਿੰਨ ਭਾਰਤੀ ਭਾਸ਼ਾਵਾਂ ਦੇ ਵੱਖ-ਵੱਖ ਅੱਖਰਾਂ ਦਾ ਧੁਨੀ ਦੇ ਆਧਾਰ 'ਤੇ ਆਪਸੀ ਮੇਲ ਕਰ ਦਿੱਤਾ ਗਿਆ ਹੈ। ਭਾਵ ਇਹ ਕਿ ਭਾਰਤੀ ਭਾਸ਼ਾਵਾਂ ਦੀ ਇੱਕੋ ਜਿਹੀ ਧੁਨੀ ਨੂੰ ਪ੍ਰਗਟ ਕਰਨ ਵਾਲੇ ਅੱਖਰਾਂ ਨੂੰ ਕੀਬੋਰਡ ਵਿੱਚ ਸਾਂਝੇ ਬਟਨ ਥੱਲੇ ਰੱਖਿਆ ਗਿਆ ਹੈ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਦੀ ਮਦਦ ਨਾਲ ਅਸੀਂ ਆਪਣੇ ਦੇਸ਼ ਦੀ ਕਿਸੇ ਵੀ ਭਾਸ਼ਾ ਵਿੱਚ ਲਿਖੇ ਵਿਸ਼ੇ ਦਾ ਲਿਪਿਆਂਤਰਨ ਕਰ ਸਕਦੇ ਹਾਂ। ਯੂਨੀਕੋਡ ਪ੍ਰਣਾਲੀ ਨਾਲ ਸੰਖੇਪ ਜਾਣ ਪਛਾਣ ਕਰਾਓ ਜਾਂ ਯੂਨੀਕੋਡ ਪ੍ਰਣਾਲੀ ਕੀ ਹੈ। ਯੂਨੀਕੋਡ ਇੱਕ ਅੰਤਰਰਾਸ਼ਟਰੀ ਅੱਖਰ ਇੰਕੋਡਿੰਗ ਪ੍ਰਣਾਲੀ ਹੈ ਜੋ ਦੁਨੀਆ ਦੀ ਹਰ ਭਾਸ਼ਾ ਵਿੱਚ ਹਰ ਇੱਕ ਅੱਖਰ ਅਤੇ ਚਿੰਨ੍ਹ ਲਈ ਇੱਕ ਕੋਡ ਨਿਰਧਾਰਿਤ ਕਰਦੀ ਹੈ। ਹੋਰ ਕੋਈ ਪ੍ਰਣਾਲੀ ਸਾਰੀਆਂ ਭਾਸ਼ਾਵਾਂ ਦਾ ਸਮਰਥਨ ਨਹੀਂ ਕਰਦੀ, ਪਰ ਯੂਨੀਕੋਡ ਇੱਕੋ ਇੱਕ ਅਜਿਹੀ ਪ੍ਰਣਾਲੀ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਤੁਸੀਂ ਕਿਸੇ ਵੀ ਭਾਸ਼ਾ ਜੁੱਟ ਦੀ ਵਰਤੋਂ ਕਰਕੇ ਡਾਟਾ ਮੁੜ ਪ੍ਰਾਪਤ ਕਰ ਸਕਦੇ ਹੋ ਜਾਂ ਜੋੜ ਸਕਦੇ ਹੋ। ਯੂਨੀਕੋਡ ਪ੍ਰਣਾਲੀ ਵਿੱਚ ਦੁਨੀਆ ਦੀ ਹਰ ਇੱਕ ਭਾਸ਼ਾ ਦੇ ਅੱਖਰਾਂ, ਅੰਕਾਂ ਅਤੇ ਵਿਸ਼ੇਸ਼ ਚਿੰਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਇਹ ਉਹਨਾਂ ਨੂੰ ਇੱਕ ਵਿਸ਼ੇਸ਼ ਅਤੇ ਵਿਲੱਖਣ ਕੋਡ ਪ੍ਰਦਾਨ ਕਰਦੀ ਹੈ।
ਜੋ ਕਿ ਯੂਨੀਕੋਡ ਅਨੁਕੂਲ ਹਰ ਇੱਕ ਕੰਪਿਊਟਰ ਉੱਤੇ ਸਦਾ ਮੌਜੂਦ ਰਹਿੰਦਾ ਹੈ। ਇਸ ਤਰ੍ਹਾਂ ਵੱਖ-ਵੱਖ ਫੌਂਟਾਂ ਤੋਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਹੱਲ ਯੂਨੀਕੋਡ ਨੇ ਸਫਲਤਾ ਨਾਲ ਕਰ ਦਿੱਤਾ ਹੈ। ਯੂਨੀਕੋਡ ਪ੍ਰਣਾਲੀ 16 ਬਿਟ ਆਕਾਰ ਵਾਲੀ ਪ੍ਰਣਾਲੀ ਹੈ, ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ ਦੇ 68, 536 ਅੱਖਰਾਂ, ਅੰਕਾਂ ਤੇ ਚਿੰਨ੍ਹਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇਹ ਪ੍ਰਣਾਲੀ ਕੰਪਿਊਟਰ ਵਿੱਚ ਅੰਕੜਾ ਭੰਡਾਰਨ ਲਈ ਇੱਕ ਸੰਕੇਤ ਮਾਪਦੰਡ ਨਿਰਧਾਰਿਤ ਕਰਦੀ ਹੈ। ਇਸ ਨਾਲ ਕੰਪਿਊਟਰ ਉੱਤੇ ਅੰਗਰੇਜ਼ੀ ਤੋਂ ਇਲਾਵਾ ਸੰਸਾਰ ਦੀਆਂ ਹੋਰਨਾਂ ਭਾਸ਼ਾਵਾਂ ਦੀ ਵਰਤੋਂ ਨੂੰ ਵੀ ਪੂਰੀ ਤਰ੍ਹਾਂ ਸੰਭਵ ਬਣਾ ਦਿੱਤਾ ਗਿਆ ਹੈ। ਇਸ ਦਾ ਪਹਿਲਾ ਐਡੀਸ਼ਨ 1991 ਵਿੱਚ ਸਾਹਮਣੇ ਆਇਆ ਸੀ। ਇਸ ਦੇ ਤਾਜ਼ੇ ਐਡੀਸ਼ਨਾਂ ਵਿੱਚ ਸੰਸਾਰ ਭਰ ਦੀਆਂ ਭਿੰਨ-ਭਿੰਨ ਭਾਸ਼ਾਵਾਂ ਦੇ 50,000 ਤੋਂ ਜ਼ਿਆਦਾ ਅੱਖਰ ਸ਼ਾਮਿਲ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਸ ਵਿੱਚ ਗਣਿਤਕ, ਵਿਗਿਆਨਕ, ਤਕਨੀਕੀ ਅਤੇ ਸੰਗੀਤਕ ਚਿੰਨ੍ਹਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ। ਯੂਨੀਕੋਡ ਪ੍ਰਣਾਲੀ ਇੱਕ ਤੋਂ ਵੱਧ ਲਿਪੀਆਂ ਵਿੱਚ ਲਿਖੀ ਜਾਣ ਵਾਲੀਆਂ ਭਾਸ਼ਾਵਾਂ ਦੇ ਬਿਲਕੁਲ ਅਨੁਕੂਲ ਹੈ। ਇਸ ਵਿੱਚ ਗੁਰਮੁਖੀ, ਦੇਵਨਾਗਰੀ, ਬੰਗਾਲੀ, ਗੁਜਰਾਤੀ, ਤਾਮਿਲ, ਉੜੀਆ, ਕੰਨੜ, ਤੇਲਗੂ ਤੇ ਮਲਿਆਲਮ ਆਦਿ ਭਾਰਤੀ ਭਾਸ਼ਾਵਾਂ ਸ਼ਾਮਿਲ ਹਨ। ਇਸ ਪ੍ਰਣਾਲੀ ਨੂੰ ਐਪਲ, IBM, ਓਰੈਕਲ, ਮਾਈਕਰੋਸਾਫਟ, ਸਾਈਬੇਸ ਤੇ ਯੂਨੀਸਿਸ ਆਦਿ ਬਹੁਤ ਸਾਰੀਆਂ ਕੰਪਨੀਆਂ ਨੇ ਅਪਣਾਇਆ ਹੈ। ਇੱਥੋਂ ਤੱਕ ਕਿ ਓਪਰੇਟਿੰਗ ਸਿਸਟਮ ਅਤੇ ਵੈਬ ਬਰਾਊਜ਼ਰ ਵਰਗੇ ਸਿਰਕੱਢ ਸਾਫਟਵੇਅਰ ਵੀ ਯੂਨੀਕੋਡ ਦੇ ਮੁਤਾਬਕ ਹੋ ਚੁੱਕੇ ਹਨ। ਯੂਨੀਕੋਡ ਦੀ ਲੋੜ ਕਿਉਂ ਪਈ, ਸਪਸ਼ਟ ਕਰੋ। ਕੰਪਿਊਟਰ ਦੀ ਸਕਰੀਨ ਉੱਤੇ ਕਿਸੇ ਲਿਖਤ, ਪੱਤਰ ਜਾਂ ਦਸਤਾਵੇਜ਼ ਨੂੰ ਪੜ੍ਹਨ ਲਈ ਤੁਹਾਡੇ ਕੰਪਿਊਟਰ ਉੱਤੇ ਉਸੇ ਫੌਂਟ ਦਾ ਹੋਣਾ ਲਾਜ਼ਮੀ ਹੈ ਜਿਸ ਫੌਂਟ ਦੀ ਵਰਤੋਂ ਉਸਨੂੰ ਟਾਈਪ ਕਰਨ ਵਾਲੇ ਨੇ ਕੀਤੀ ਹੈ। ਟਾਈਪ ਕਰਨ ਅਰਥਾਤ ਲਿਖਣ ਵਾਲਾ ਤਾਂ ਉਸੇ ਫੌਂਟ ਵਿੱਚ ਹੀ ਕਰਦਾ ਹੈ ਜਿਹੜਾ ਉਸਦੇ ਕੰਪਿਊਟਰ ਉੱਤੇ ਮੌਜੂਦ ਹੋਵੇ, ਪਰ ਅਗਲੇ ਦੇ ਕੰਪਿਊਟਰ ਉੱਪਰ ਜੇਕਰ ਉਹ ਫੌਂਟ ਲੋਡ ਨਾ ਕੀਤਾ ਹੋਵੇ ਤਾਂ ਉਹ ਉਸ ਲਿਖਤ, ਪੱਤਰ ਜਾਂ ਦਸਤਾਵੇਜ਼ ਨੂੰ ਪੜ੍ਹ ਨਹੀਂ ਸਕੇਗਾ। ਇਸ ਤਰ੍ਹਾਂ ਬਹੁਤ ਸਾਰੀ ਮਿਹਨਤ, ਸਮਾਂ ਤੇ ਪੈਸਾ ਵਿਅਰਥ ਚਲਾ ਜਾਂਦਾ ਹੈ। ਯੂਨੀਕੋਡ ਨੇ ਇਸ ਸਮੱਸਿਆ ਦਾ ਹੱਲ ਪੇਸ਼ ਕੀਤਾ ਹੈ ਤੇ ਇਸੇ ਹੱਲ ਦੀ ਹੀ ਲੋੜ ਸੀ ਜੋ ਯੂਨੀਕੋਡ ਨੇ ਪੂਰੀ ਕੀਤੀ ਹੈ। ਕੀਬੋਰਡ ਉੱਤੇ ਅੰਗਰੇਜ਼ੀ ਦੇ ਹਰ ਇੱਕ ਬਟਨ ਨੂੰ ਇੱਕ ਸਥਿਰ ਸੰਕੇਤ ਦਿੱਤਾ ਗਿਆ ਹੈ। ਕੀਬੋਰਡ ਦਬਾਏ ਗਏ ਬਟਨ ਦਾ ਸੰਕੇਤ ਪੈਦਾ ਕਰਦਾ ਹੈ। ਲਾਗੂ ਕੀਤੇ ਗਏ ਫੌਂਟ ਦੇ ਆਧਾਰ ਉੱਤੇ CPU ਇਸ ਕੋਡ ਦਾ ਮੇਲ ਕਿਸੇ ਵਿਸ਼ੇਸ਼ ਅੱਖਰ, ਅੰਕ ਜਾਂ ਚਿੰਨ੍ਹ ਨਾਲ ਕਰਾਉਂਦਾ ਹੈ ਤੇ ਉਹ ਸਕਰੀਨ ਉੱਤੇ ਰੂਪਮਾਨ ਹੋ ਜਾਂਦਾ ਹੈ। ASCII ਵਿੱਚ ਕੀ ਹੁੰਦਾ ਹੈ ਕਿ ਜੇਕਰ ਕੀਬੋਰਡ ਉੱਤੇ ਛੋਟੀ C ਬਟਨ ਦਬਾਇਆ ਜਾਵੇਗਾ ਤੇ ਫੌਂਟ ਅੰਗਰੇਜ਼ੀ ਦਾ ਲੱਗਾ ਹੋਵੇਗਾ ਤਾਂ ਸਕਰੀਨ ਉੱਤੇ C ਛੋਟੀ ਰੂਪਮਾਨ ਹੋਵੇਗੀ। ਜੇਕਰ ਹਿੰਦੀ ਦਾ ਕਰੂਤੀ ਦੇਵ ਫੌਂਟ ਲੱਗਾ ਹੋਵੇ ਤਾਂ ਕ ਦਿਖਾਈ ਦੇਵੇਗੀ, ਪਰੰਤੂ ਜੇਕਰ ਪੰਜਾਬੀ ਫੌਂਟ ਜੁਆਏ ਲੱਗਾ ਹੋਵੇ ਤਾਂ ਫੱਫਾ ਦਿਸੇਗਾ, ਪਰੰਤੂ ਅੰਮ੍ਰਿਤ ਲਿਪੀ ਫੌਂਟ ਦੀ ਹਾਲਤ ਵਿੱਚ ਚੱਚਾ ਦਿਖਾਈ ਦੇਵੇਗਾ। ਇਸੇ ਤਰ੍ਹਾਂ ਜੇਕਰ ਤੁਹਾਡੇ ਕੰਪਿਊਟਰ ਉੱਤੇ ਗੁਰਮੁਖੀ ਦਾ ਜੁਆਏ ਫੌਂਟ ਲੱਗਾ ਹੋਵੇ ਤਾਂ ਦੂਜੇ ਅੰਮ੍ਰਿਤ ਲਿਪੀ ਫੌਂਟ ਵਾਲੇ ਕੰਪਿਊਟਰ ਉੱਤੋਂ ਟਾਈਪ ਕੀਤੀ ਗਈ ਲਿਖਤ ਦੇ ਸਾਰੇ ਫੱਫੇ ਚੱਚੇ ਵਿੱਚ ਬਦਲੇ ਦਿਸਣਗੇ ਤੇ ਹੋਰਨਾਂ ਲਗਾ ਮਾਤਰਾ ਵਿੱਚ ਵੀ ਉਥਲ-ਪੁਥਲ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਤੁਹਾਡੀ ਲਿਖਤ ਪੜ੍ਹੀ ਨਹੀਂ ਜਾ ਸਕੇਗੀ ਤੇ ਅਗਲੇ ਲਈ ਨਿਰਾਰਥਕ ਹੋ ਜਾਵੇਗੀ। ਇਸ ਪ੍ਰਕਾਰ ਵੱਖ-ਵੱਖ ਵਿਕਾਸਕਾਰਾਂ ਦੁਆਰਾ ਵੱਖ-ਵੱਖ ਲੇਆਊਟ ਵਾਲੇ ਕੀਬੋਰਡ ਦੇ ਬਟਨਾਂ ਨਾਲ ਅੱਖਰ ਮਿਲਾ ਕੇ ਬਣਾਏ ਉਹਨਾਂ ਦੇ ਫੌਂਟਾਂ ਨੇ ਬਹੁਤ ਵੱਡੀ ਸਮੱਸਿਆ ਖੜੀ ਕਰ ਦਿੱਤੀ ਹੈ। ਯੂਨੀਕੋਡ ਪ੍ਰਣਾਲੀ ਨੇ ਇਸ ਦੇ ਉਲਟ ਇੱਕ ਅਜਿਹਾ ਕੋਡ ਨਿਰਧਾਰਿਤ ਕੀਤਾ ਹੈ ਜਿਸ ਵਿੱਚ ਵਰਤੋਂਕਾਰ ਦੁਆਰਾ ਵਰਤੀ ਜਾਂਦੀ ਹਰ ਇੱਕ ਭਾਸ਼ਾ ਦੇ ਹਰ ਇੱਕ ਅੱਖਰ ਲਈ ਇੱਕ ਸਥਿਰ ਕੋਡ ਰਾਖਵਾਂ ਕਰ ਦਿੱਤਾ ਹੈ। ਇਸ ਤਰ੍ਹਾਂ ਯੂਨੀਕੋਡ ਵਿੱਚ ਅੰਗਰੇਜ਼ੀ ਨੂੰ 0 ਤੋਂ 256, ਦੇਵਨਾਗਰੀ ਨੂੰ 2304 ਤੋਂ 2431 ਅਤੇ ਗੁਰਮੁਖੀ ਨੂੰ 2560 ਤੋਂ 2687 ਦੀ ਕੋਡ ਸੀਮਾ ਵਿੱਚ ਰੱਖਿਆ ਗਿਆ ਹੈ। ਇੱਥੋਂ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਅੰਗਰੇਜ਼ੀ ਦੇ ਅੱਖਰਾਂ ਨੂੰ ਰੂਪਮਾਨ ਕਰਨ ਦੀ ਸੀਮਾ ASCII ਵਾਲੀ ਹੀ ਹੈ।
ਇਸੇ ਕਰਕੇ ਹੀ ਅੰਗਰੇਜ਼ੀ ਦੀ ਵਰਤੋਂ ਕਰਨ ਵਾਲਿਆਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ ਤੇ ਹੁਣ ਯੂਨੀਕੋਡ ਪ੍ਰਣਾਲੀ ਵਿੱਚ ਟਾਈਪ ਹੋਈ ਕੋਈ ਵੀ ਲਿਖਤ ਪੱਤਰ ਜਾਂ ਦਸਤਾਵੇਜ਼ ਨੂੰ ਬੜੀ ਸਰਲਤਾ ਨਾਲ ਪੜ੍ਹਿਆ ਜਾ ਸਕਦਾ ਹੈ। ਯੂਨੀਕੋਡ ਫੌਂਟ ਨੂੰ ਇੰਸਟਾਲ ਕਰਨ ਦਾ ਕੀ ਤਰੀਕਾ ਹੈ? ਆਰੰਭ ਵਿੱਚ ਯੂਨੀਕੋਡ ਗੁਰਮੁਖੀ ਫੌਂਟ ਮੈਕਿਨਟੋਸ਼ OS 9 ਕੰਪਿਊਟਰ ਲਈ ਬਣਾਇਆ ਗਿਆ ਸੀ। ਫਿਰ ਮਾਈਕਰੋਸਾਫਟ ਕੰਪਨੀ ਨੇ ਰਾਵੀ ਨਾਂ ਦਾ ਯੂਨੀਕੋਡ ਫੌਂਟ ਤਿਆਰ ਕੀਤਾ ਜੋ ਵਿੰਡੋਜ਼ ਇੰਸਟਾਲ ਕਰਨ ਦੇ ਨਾਲ ਹੀ ਕੰਪਿਊਟਰ ਵਿੱਚ ਆ ਜਾਂਦਾ ਹੈ। ਇਸ ਵਿੱਚ ਇਹ ਗੱਲ ਵਿਸ਼ੇਸ਼ ਹੈ ਕਿ ਇਸ ਯੂਨੀਕੋਡ ਫੌਂਟ ਵਿੱਚ ਤਿਆਰ ਹੋਈ ਲਿਖਤ ਉੱਤੇ ਜੇਕਰ ਦੂਜਾ ਯੂਨੀਕੋਡ ਫੌਂਟ ਲਾਇਆ ਜਾਵੇ ਤਾਂ ਅੱਖਰਾਂ ਵਿੱਚ ਕੋਈ ਹੋਰ ਤਬਦੀਲੀ ਨਹੀਂ ਆਉਂਦੀ, ਸਿਰਫ ਉਹਨਾਂ ਦੀ ਸ਼ਕਲ ਹੀ ਬਦਲਦੀ ਹੈ। ਜੇਕਰ ਯੂਨੀਕੋਡ ਫੌਂਟਾਂ ਨੂੰ ਆਪ ਇੰਸਟਾਲ ਕਰਨਾ ਹੋਵੇ ਤਾਂ ਵੀ ਇਹ ਕੋਈ ਔਖਾ ਕੰਮ ਨਹੀਂ। ਤੁਸੀਂ ਇਹਨਾਂ ਨੂੰ ਰਵਾਇਤੀ ਆਸਕੀ ਫੌਂਟ ਵਾਂਗ ਹੀ ਇੰਸਟਾਲ ਕਰ ਸਕਦੇ ਹੋ। ਜੇਕਰ ਤੁਸੀਂ ਵਿੰਡੋਜ਼ ਵਾਲੇ ਕੰਪਿਊਟਰ ਜਿਸ ਵਿੱਚ ਰਾਵੀ ਪਹਿਲਾਂ ਹੀ ਇੰਸਟਾਲ ਹੁੰਦਾ ਹੈ ਵਿੱਚ ਕੋਈ ਹੋਰ ਫੌਂਟ ਇੰਸਟਾਲ ਕਰਨਾ ਚਾਹੁੰਦੇ ਹੋਵੋ ਤਾਂ ਹੇਠ ਲਿਖੇ ਕਦਮ ਚੁੱਕੇ ਜਾਣ। ਸਭ ਤੋਂ ਪਹਿਲਾਂ ਇੰਸਟਾਲ ਕੀਤੇ ਜਾਣ ਵਾਲੇ ਫੌਂਟ ਨੂੰ ਚੁਣੋ ਤੇ ਫਿਰ ਕਾਪੀ ਕਮਾਂਡ ਦਿਓ। ਦੂਸਰਾ, ਸਟਾਰਟ ਕੰਟਰੋਲ ਪੈਨਲ ਉੱਤੇ ਕਲਿੱਕ ਕਰੋ, ਫੌਂਟ ਨਾਂ ਦਾ ਫੋਲਡਰ ਖੋਲ੍ਹੋ, ਫਿਰ ਪੇਸਟ ਕਮਾਂਡ ਦਿਓ। ਇਸ ਤਰ੍ਹਾਂ ਕਰਨ ਨਾਲ ਚੁਣਿਆ ਫੌਂਟ ਇੰਸਟਾਲ ਹੋ ਜਾਵੇਗਾ। ਯੂਨੀਕੋਡ ਕੀਬੋਰਡ ਲੇਆਊਟ ਪ੍ਰੋਗਰਾਮ ਨਾਲ ਜਾਣ ਪਛਾਣ ਕਰਾਉਂਦਿਆਂ ਇਸ ਦੀ ਵਰਤੋਂ ਬਾਰੇ ਦੱਸੋ। ਯੂਨੀਕੋਡ ਕੀਬੋਰਡ ਲੇਆਊਟ ਪ੍ਰੋਗਰਾਮ ਭਿੰਨ ਕੀਬੋਰਡ ਲੇਆਊਟਾਂ ਰਾਹੀਂ ਯੂਨੀਕੋਡ ਰਾਵੀ ਵਿੱਚ ਟਾਈਪ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ। ਵਿੰਡੋਜ਼ ਵਿੱਚ ਪਹਿਲਾਂ ਤੋਂ ਹੀ ਮੌਜੂਦ ਇਨਸਕ੍ਰਿਪਟ ਕੀਬੋਰਡ ਲੇਆਊਟ ਰਾਹੀਂ ਸਿੱਧਾ ਯੂਨੀਕੋਡ ਰਾਵੀ ਵਿੱਚ ਟਾਈਪ ਕੀਤਾ ਜਾ ਸਕਦਾ ਹੈ। ਜਦੋਂ ਤੁਸੀਂ ਇਸ ਦੀ ਪਹਿਲੀ ਵਾਰ ਵਰਤੋਂ ਸ਼ੁਰੂ ਕਰਦੇ ਹੋ ਤਾਂ ਇਸ ਨੂੰ ਕੰਟਰੋਲ ਪੈਨਲ ਤੋਂ ਸਰਗਰਮ ਕੀਤਾ ਜਾ ਸਕਦਾ ਹੈ, ਜਿਸ ਲਈ ਹੇਠ ਲਿਖੇ ਸਟੈਪ ਚੁੱਕਣੇ ਪੈਂਦੇ ਹਨ। ਸਟਾਰਟ ਬਟਨ 'ਤੇ ਕਲਿੱਕ ਕਰੋ ਤੇ ਕੰਟਰੋਲ ਪੈਨਲ ਦੀ ਚੋਣ ਕਰੋ, ਫਿਰ ਰੀਜਨ ਅਤੇ ਲੈਂਗੁਏਜ ਨੂੰ ਚੁਣੋ। ਕੀਬੋਰਡ ਅਤੇ ਲੈਂਗੁਏਜ ਬਟਨ 'ਤੇ ਕਲਿੱਕ ਕਰੋ ਤੇ ਫਿਰ ਚੇਂਜ ਕੀਬੋਰਡ ਉੱਤੇ ਕਲਿੱਕ ਕਰੋ। ਸੱਜੇ ਹੱਥ ਦਿਸਣ ਵਾਲੇ ਐਡ ਬਟਨ 'ਤੇ ਕਲਿੱਕ ਕਰੋ। ਭਾਸ਼ਾਵਾਂ ਦੀ ਲਿਸਟ ਵਿੱਚੋਂ ਪੰਜਾਬੀ ਚੁਣੋ ਤੇ ਫਿਰ ਕੀਬੋਰਡ ਉੱਤੇ ਡਬਲ ਕਲਿੱਕ ਕਰੋ। ਇੱਥੇ ਪਹੁੰਚ ਕੇ ਪੰਜਾਬੀ ਦੀ ਚੋਣ ਕਰੋ, ਫਿਰ ਓਕੇ, ਅਪਲਾਈ ਅਤੇ ਓਕੇ ਉੱਤੇ ਕਲਿੱਕ ਕਰਕੇ ਸਾਰੀ ਪ੍ਰਕਿਰਿਆ ਪੂਰੀ ਕਰੋ। ਹੁਣ ਕੰਪਿਊਟਰ ਦੀ ਟਾਸਕਬਾਰ ਦੇ ਸੱਜੇ ਪਾਸੇ ਇੱਕ ਭਾਸ਼ਾ ਪੱਟੀ ਦਿਸੇਗੀ ਜਿਸ ਉੱਤੇ EN ਲਿਖਿਆ ਹੋਵੇਗਾ। ਪੰਜਾਬੀ ਯੂਨੀਕੋਡ ਰਾਵੀ ਵਿੱਚ ਟਾਈਪ ਕਰਨ ਲਈ EN ਉੱਤੇ ਕਲਿੱਕ ਕਰੋ ਤੇ ਫਿਰ ਨਵੀਂ ਖੁੱਲ੍ਹੀ ਸੂਚੀ ਵਿੱਚੋਂ PA ਪੰਜਾਬੀ ਇੰਡੀਆ 'ਤੇ ਕਲਿੱਕ ਕਰੋ। ਹੁਣ ਤੁਹਾਡਾ ਕੰਪਿਊਟਰ ਇਨਸਕ੍ਰਿਪਟ ਲੇਆਊਟ ਅਨੁਸਾਰ ਕੰਮ ਕਰੇਗਾ। ਜੇਕਰ ਕੋਈ ਵਿਅਕਤੀ ਪਹਿਲਾਂ ਅਸੀਸ ਜਾਂ ਅਨਮੋਲ ਲਿਪੀ ਵਿੱਚ ਫੌਂਟ ਵਿੱਚ ਟਾਈਪ ਕਰਦਾ ਸੀ ਤਾਂ ਉਸਨੂੰ ਕ੍ਰਮਵਾਰ ਰਮਿੰਗਟਨ ਅਤੇ ਫੋਨੈਟਿਕ ਲੇਆਊਟ ਵਾਲੇ ਯੂਨੀਕੋਡ ਪ੍ਰੋਗਰਾਮ ਦੀ ਜ਼ਰੂਰਤ ਪਵੇਗੀ। ਇਹਨਾਂ ਨੂੰ ਵੈਬਸਾਈਟ gurbanifiles.org ਦੇ ਯੂਨੀਕੋਡ ਇਨਫੋ ਫੌਂਟਸ ਵਾਲੇ ਲਿੰਕ ਉੱਤੇ ਕਲਿੱਕ ਕਰਕੇ ਪੰਨੇ ਦੇ ਹੇਠਾਂ ਦਿੱਤੇ ਕਸਟਮ ਪੰਜਾਬੀ ਯੂਨੀਕੋਡ ਕੀਬੋਰਡ ਤੋਂ ਡਾਊਨਲੋਡ ਕਰ ਸਕਦੇ ਹੋ। ਇੰਸਟਾਲ ਕਰਨ ਮਗਰੋਂ ਇਹ ਕੀਬੋਰਡ ਉੱਪਰ ਦਿੱਤੇ ਅਨੁਸਾਰ ਭਾਸ਼ਾ ਪੱਟੀ ਵਿੱਚ ਦਿਖਾਈ ਦੇਣ ਲੱਗਦਾ ਹੈ। ਤੁਸੀਂ ਆਪਣੇ ਕੀਬੋਰਡ ਲੇਆਊਟ ਵਿੱਚ ਸੋਧ ਕਰਨ ਲਈ ਮਾਈਕਰੋਸਾਫਟ ਕੀਬੋਰਡ ਲੇਆਊਟ ਕ੍ਰੀਏਟਰ ਪ੍ਰੋਗਰਾਮ ਦੀ ਵਰਤੋਂ ਕਰ ਸਕਦੇ ਹੋ। ਯੂਨੀਕੋਡ ਵਿੱਚ ਟਾਈਪ ਕਰਨ ਲਈ ਕੰਪਿਊਟਰ ਵਿੱਚ ਕਿਹੜਾ ਪ੍ਰੋਗਰਾਮ ਹੋਣਾ ਚਾਹੀਦਾ ਹੈ? ਯੂਨੀਕੋਡ ਵਿੱਚ ਟਾਈਪ ਕਰਨ ਲਈ ਤੁਹਾਡੇ ਕੰਪਿਊਟਰ ਵਿੱਚ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਹੈ। ਪਹਿਲਾ, ਇਨਸਕ੍ਰਿਪਟ ਕੀਬੋਰਡ ਲੇਆਊਟ ਪ੍ਰੋਗਰਾਮ। ਇਹ ਵਿੰਡੋਜ਼ ਵਿੱਚ ਪਹਿਲਾਂ ਹੀ ਸ਼ਾਮਿਲ ਹੁੰਦਾ ਹੈ। ਬਾਹਰਲਾ ਕੀਬੋਰਡ ਲੇਆਊਟ ਪ੍ਰੋਗਰਾਮ। ਇਸ ਨੂੰ ਤੁਸੀਂ www.gurbanifiles.org ਜਾਂ ਕਿਤੇ ਵੀ ਹੋਰ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਤੀਜੀ ਧਿਰ ਦਾ ਯੂਨੀਕੋਡ ਟਾਈਪਿੰਗ ਕੀਬੋਰਡ, ਯੂਨੀਟਾਈਪ ਜਾਂ ਜੀ ਲਿਪਿਕਾ ਆਦਿ। ਟਾਈਪ ਕਰਦੇ ਸਮੇਂ ਤੁਸੀਂ ਟਾਸਕਬਾਰ ਦੀ ਭਾਸ਼ਾ ਪੱਟੀ ਤੋਂ ਭਾਸ਼ਾ ਕੀਬੋਰਡ ਦੀ ਚੋਣ ਕਰ ਸਕਦੇ ਹੋ। ਇੱਕ ਤੋਂ ਵੱਧ ਕੀਬੋਰਡ ਰੱਖਣ ਸਮੇਂ ਭਾਸ਼ਾ ਪੱਟੀ ਤੋਂ ਪਹਿਲਾਂ
ਭਾਸ਼ਾ ਦੀ ਚੋਣ ਅਤੇ ਫਿਰ ਕੀਬੋਰਡ ਦੀ ਚੋਣ ਕੀਤੀ ਜਾਂਦੀ ਹੈ। ਭਾਸ਼ਾ ਦੀ ਬਦਲੀ ਲਈ Ctrl+Shift ਅਤੇ ਕੀਬੋਰਡ ਦੀ ਬਦਲੀ ਲਈ Alt+Shift ਕੀਬੋਰਡ ਸ਼ਾਰਟਕਟ ਵਰਤਿਆ ਜਾਂਦਾ ਹੈ। ਕੀਬੋਰਡ ਲੇਆਊਟ ਪ੍ਰੋਗਰਾਮਾਂ ਵਿੱਚ ਸਿਹਾਰੀ ਅੱਖਰ ਟਾਈਪ ਕਰਨ ਤੋਂ ਮਗਰੋਂ ਪੈਂਦੀ ਹੈ, ਪਰ ਤੀਜੀ ਧਿਰ ਦੇ ਸੌਫਟਵੇਅਰਾਂ ਵਿੱਚ ਇਹ ਅੱਖਰ ਤੋਂ ਪਹਿਲਾਂ ਟਾਈਪ ਕੀਤੀ ਜਾਂਦੀ ਹੈ। ਯੂਨੀਕੋਡ ਵਿੱਚ ਊੜਾ ਆੜਾ ਈੜੀ ਅਤੇ ਸਿਹਾਰੀ ਟਾਈਪ ਕਰਦਿਆਂ ਯਾਦ ਰੱਖੋ ਕਿ ਉਹ ਅਗਲਾ ਬਟਨ ਦੱਬਣ ਤੋਂ ਪਹਿਲਾਂ ਦਿਖਾਈ ਨਹੀਂ ਦਿੰਦੇ। ਯੂਨੀਕੋਡ ਵਿੱਚ ਕਿਸੇ ਅੱਖਰ ਨਾਲ ਗਲਤ ਜਾਂ ਨਿਸ਼ਚਿਤ ਨਿਯਮਾਂ ਤੋਂ ਵੱਧ ਲਗਾਮਾਤਰਾ ਨਹੀਂ ਲੱਗ ਸਕਦੀਆਂ। ਯੂਨੀਕੋਡ ਪ੍ਰਣਾਲੀ ਦੇ ਲਾਭ ਦੱਸੋ। ਯੂਨੀਕੋਡ ਇੱਕ ਅੰਤਰਰਾਸ਼ਟਰੀ ਮਿਆਰਾਂ ਵਾਲੀ ਕੋਡ ਪ੍ਰਣਾਲੀ ਹੈ, ਜਿਸ ਦੇ ਰਵਾਇਤੀ ਫੌਂਟਾਂ ਦੇ ਮੁਕਾਬਲੇ ਬਹੁਤ ਲਾਭ ਹਨ। ਯੂਨੀਕੋਡ ਪ੍ਰਣਾਲੀ ਵਿੱਚ ਟਾਈਪ ਕੀਤਾ ਮੈਟਰ ਸੰਸਾਰ ਦੇ ਕਿਸੇ ਵੀ ਯੂਨੀਕੋਡ ਆਧਾਰਿਤ ਕੰਪਿਊਟਰ ਉੱਤੇ ਖੋਲ੍ਹਿਆ ਜਾ ਸਕਦਾ ਹੈ। ਇਸ ਵਿੱਚ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਦੇ ਅੱਖਰ ਮੌਜੂਦ ਹਨ ਤੇ ਇਸ ਨਾਲ ਬਹੁਭਾਸ਼ੀ ਪਾਠ ਸਿਰਜਿਆ ਜਾ ਸਕਦਾ ਹੈ। ਯੂਨੀਕੋਡ ਪ੍ਰਣਾਲੀ ਦੇ ਵਿਕਾਸ ਨਾਲ ਕੰਪਿਊਟਰ ਅੰਗਰੇਜ਼ੀ ਦਾ ਮੁਹਤਾਜ ਨਹੀਂ ਰਿਹਾ ਤੇ ਇਸ ਤੋਂ ਉਹ ਕੰਮ ਲਏ ਜਾ ਸਕਦੇ ਹਨ ਜੋ ਅੰਗਰੇਜ਼ੀ ਵਿੱਚ ਸੰਭਵ ਨਹੀਂ। ਇਸਨੇ ਵੱਖ-ਵੱਖ ਭਾਸ਼ਾਵਾਂ ਦੀਆਂ ਲਿਪੀਆਂ ਵਿਚਲੀਆਂ ਹੱਦਾਂ ਮਿਟਾ ਦਿੱਤੀਆਂ ਹਨ। ਇਸ ਵਿੱਚ ਤਿਆਰ ਲਿਖਤ ਨੂੰ ਸਾਫਟਵੇਅਰਾਂ ਦੀ ਮਦਦ ਨਾਲ ਕਿਸੇ ਵੀ ਦੂਜੀ ਭਾਸ਼ਾ ਜਾਂ ਲਿਪੀ ਵਿੱਚ ਪੜ੍ਹਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਦਾ ਜਾਣਕਾਰ ਯੂਨੀਕੋਡ ਆਧਾਰਿਤ ਕਿਸੇ ਵੀ ਕੰਪਿਊਟਰ ਉੱਤੇ ਟਾਈਪ ਕਰ ਸਕਦਾ ਹੈ ਤੇ ਇਸ ਲਈ ਵੱਖਰੇ ਫੌਂਟ ਜਾਂ ਕੀਬੋਰਡ ਦੀ ਲੋੜ ਨਹੀਂ ਪੈਂਦੀ। ਭਾਰਤੀ ਭਾਸ਼ਾਵਾਂ ਲਈ ਯੂਨੀਕੋਡ ਦੀ ਵਰਤੋਂ ਕਰਨੀ ਸੰਭਵ ਹੈ। ਭਾਰਤ ਦੀਆਂ ਭਾਸ਼ਾਵਾਂ ਦੇ ਪ੍ਰਮੁੱਖ ਵਰਡ ਪ੍ਰੋਸੈਸਰ, ਸਪਰੈਡਸ਼ੀਟ, ਪੇਸ਼ਕਸ਼, ਓਪਰੇਟਿੰਗ ਸਿਸਟਮ ਅਤੇ ਵੈਬ ਬਰਾਊਜ਼ਰ ਆਦਿ ਸੌਫਟਵੇਅਰ ਪੂਰੀ ਤਰ੍ਹਾਂ ਯੂਨੀਕੋਡ ਦੇ ਸਮਰੱਥ ਹਨ। ਵੈਬ ਬਰਾਊਜ਼ਰ ਨੂੰ ਯੂਨੀਕੋਡ ਦਾ ਸਮਰਥਨ ਪ੍ਰਾਪਤ ਹੈ, ਜਿਸ ਕਰਕੇ ਨੈੱਟ ਉੱਤੇ ਪੰਜਾਬੀ ਵੈਬਸਾਈਟਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਦੀ ਵਰਤੋਂ ਨਾਲ ਸਾਫਟਵੇਅਰ ਬਣਾਉਣ ਵਾਲਿਆਂ ਲਈ ਵੱਖ-ਵੱਖ ਮੀਨੂ ਤੇ ਡਾਇਲਾਗ ਬਾਕਸ ਬਣਾਉਣੇ ਸੰਭਵ ਹਨ। ਇਸ ਪ੍ਰਣਾਲੀ ਨਾਲ ਪੰਜਾਬੀ ਵਿੱਚ ਨਾਵਾਂ ਦੀ ਸੂਚੀ ਜਾਂ ਹਵਾਲਾ ਸੂਚੀ ਨੂੰ ਕ੍ਰਮ ਵਿੱਚ ਲਿਆਉਣਾ ਸੰਭਵ ਹੈ। ਇਸ ਪ੍ਰਣਾਲੀ ਰਾਹੀਂ ਪੰਜਾਬੀ ਵਿੱਚ ਕੰਪਿਊਟਰ ਪ੍ਰੋਗਰਾਮ ਬਣਾਏ ਜਾ ਸਕਦੇ ਹਨ। ਯੂਨੀਕੋਡ ਦੇ ਸਮਰਥਨ ਵਾਲੇ ਕਿਸੇ ਵੀ ਕੰਪਿਊਟਰ ਉੱਤੇ ਫੋਲਡਰਾਂ ਤੇ ਫਾਈਲਾਂ ਦੇ ਨਾਂ ਪੰਜਾਬੀ ਵਿੱਚ ਰੱਖੇ ਜਾ ਸਕਦੇ ਹਨ। ਇਸ ਵਿੱਚ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਅੰਕੜਿਆਂ ਦਾ ਲੈਣ ਦੇਣ ਬਿਨਾਂ ਕਿਸੇ ਖਤਰੇ ਤੋਂ ਕੀਤਾ ਜਾ ਸਕਦਾ ਹੈ। ਯੂਨੀਕੋਡ ਫੌਂਟ ਵਿੱਚ ਤਿਆਰ ਕੀਤਾ ਡਾਟਾਬੇਸ ਬਣਾਉਣਾ ਤੇ ਵਰਤਣਾ ਬਹੁਤ ਸੌਖਾ ਹੈ। ਇਸ ਰਾਹੀਂ ਸਮਾਰਟਫੋਨਾਂ ਅਤੇ ਪੰਜਾਬੀ ਸੰਦੇਸ਼ ਜਾਂ ਸੰਪਰਕ ਪੜ੍ਹਨੇ, ਲਿਖਣੇ ਤੇ ਭੇਜਣੇ ਸੰਭਵ ਹਨ। ਯੂਨੀਕੋਡ ਰਾਵੀ ਰਾਹੀਂ ਪੰਜਾਬੀ ਵਿੱਚ ਈਮੇਲ ਸੰਦੇਸ਼ਾਂ ਲਿਖਣੇ, ਭੇਜਣੇ ਤੇ ਪੜ੍ਹਨੇ ਸੰਭਵ ਹੋ ਗਏ ਹਨ। ਇਸ ਰਾਹੀਂ CD, DVD ਪਲੇਅਰਾਂ ਦੇ ਡਿਸਪਲੇ ਤੇ ਸਕਰੋਲ ਕਰਦੇ ਸੰਦੇਸ਼ਾਂ, ਗੀਤਾਂ ਤੇ ਬੋਲਾਂ ਨੂੰ ਪੰਜਾਬੀ ਵਿੱਚ ਦਿਖਾਇਆ ਜਾ ਸਕਦਾ ਹੈ ਤੇ ਜਨਤਕ ਥਾਵਾਂ ਉੱਤੇ ਲੱਗੇ ਬੋਰਡ ਵੀ ਪੰਜਾਬੀ ਵਿੱਚ ਰੂਪਮਾਨ ਕੀਤੇ ਜਾ ਸਕਦੇ ਹਨ। ਇਸ ਰਾਹੀਂ ਬਲੌਗ, ਵੈਬਸਾਈਟ, ਫੇਸਬੁੱਕ, ਟਵਿੱਟਰ, WhatsApp ਆਦਿ ਲਿਖਣੇ ਸੰਭਵ ਹਨ। ਇਸ ਵਿਵਸਥਾ ਰਾਹੀਂ ਖੇਤਰੀ ਭਾਸ਼ਾਵਾਂ ਦਾ ਕੰਪਿਊਟਰ, ਸਮਾਰਟਫੋਨਾਂ ਤੇ ਇੰਟਰਨੈੱਟ ਮਾਧਿਅਮ ਰਾਹੀਂ ਵਿਕਾਸ ਕਰਨਾ ਸਰਲ ਹੈ। ਯੂਨੀਕੋਡ ਦੇ ਵਿਕਾਸ ਨਾਲ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਓਪਰੇਟਿੰਗ ਸਿਸਟਮ, ਵਰਡ ਪ੍ਰੋਸੈਸਰ, ਵੈਬ ਬਰਾਊਜ਼ਰ, ਫੌਂਟ ਕਨਵਰਟਰ, ਸੋਸ਼ਲ ਨੈੱਟਵਰਕਿੰਗ ਸਾਈਟਾਂ, ਈਮੇਲ, ਚੈਟ ਪ੍ਰੋਗਰਾਮ, ਟੈਕਸਟ ਐਡੀਟਰ ਆਦਿ ਪ੍ਰੋਗਰਾਮਾਂ ਦਾ ਵਿਕਾਸ ਹੋ ਚੁੱਕਾ ਹੈ। ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ, ਫੌਂਟ ਕੀ ਹੁੰਦਾ ਹੈ? ਫੌਂਟ ਕਿਸੇ ਭਾਸ਼ਾ ਦੀ ਲਿਪੀ ਦੀਆਂ ਧੁਨੀਆਂ ਦੇ ਵਾਹਕ ਚਿੱਤਰ ਰੂਪ, ਅੱਖਰਾਂ, ਚਿੰਨ੍ਹਾਂ ਤੇ ਅੰਕਾਂ ਦੀ ਭਿੰਨ-ਭਿੰਨ ਰੂਪਾਂ ਤੇ ਆਕਾਰਾਂ ਵਿੱਚ ਪ੍ਰਤੀਨਿਧਤਾ ਕਰਦਾ ਹੈ। ਫੌਂਟ ਮੁੱਖ ਰੂਪ ਵਿੱਚ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਫੌਂਟ ਮੁੱਖ ਰੂਪ ਵਿੱਚ 2 ਪ੍ਰਕਾਰ ਦੇ ਹੁੰਦੇ ਹਨ, ਮਸ਼ੀਨ ਫੌਂਟ ਤੇ ਕੰਪਿਊਟਰ ਫੌਂਟ। ਮਸ਼ੀਨ ਫੌਂਟ ਕੀ ਹੁੰਦੇ ਹਨ? ਮਸ਼ੀਨ ਫੌਂਟ ਧਾਤ ਦੇ ਬਣੇ ਹੁੰਦੇ ਹਨ ਤੇ ਇਹਨਾਂ ਉੱਤੇ ਲਿਪੀ ਦੇ ਵੱਖ-ਵੱਖ ਅੱਖਰ ਜਾਂ ਚਿੰਨ੍ਹ ਦੀ ਉਲਟੀ ਤਸਵੀਰ ਉਕਰੀ ਹੁੰਦੀ ਹੈ। ਇਸ ਦੀ ਵਰਤੋਂ ਮਸ਼ੀਨਾਂ ਨਾਲ ਅਖਬਾਰਾਂ ਤੇ ਪੁਸਤਕਾਂ ਆਦਿ ਛਾਪਣ ਲਈ ਹੁੰਦੀ ਹੈ।
ਕੰਪਿਊਟਰ ਫੌਂਟ ਕੀ ਹੁੰਦਾ ਹੈ? ਕੰਪਿਊਟਰ ਫੌਂਟ ਦੀ ਵਰਤੋਂ ਕੰਪਿਊਟਰ ਵਿੱਚ ਕੁਝ ਲਿਖਣ ਲਈ ਕੀਤੀ ਜਾਂਦੀ ਹੈ। ਇਹ ਇੱਕ ਡਿਜੀਟਲ ਡੇਟਾ ਫਾਈਲ ਦੇ ਰੂਪ ਵਿੱਚ ਹੁੰਦਾ ਹੈ, ਜਿਸ ਵਿੱਚ ਗ੍ਰਾਫਿਕ ਤੌਰ 'ਤੇ ਸੰਬੰਧਿਤ ਲਿਪੀ ਦੇ ਅੱਖਰਾਂ ਤੇ ਚਿੰਨ੍ਹਾਂ ਦਾ ਸਮੂਹ ਰੂਪ। ਗੁਰਮੁਖੀ ਮਸ਼ੀਨ ਫੌਂਟ ਦੀ ਸਭ ਤੋਂ ਪਹਿਲਾਂ ਵਰਤੋਂ ਕਦੋਂ ਕੀਤੀ ਗਈ? ਗੁਰਮੁਖੀ ਮਸ਼ੀਨ ਫੌਂਟ ਦੀ ਸਭ ਤੋਂ ਪਹਿਲਾਂ ਵਰਤੋਂ ਈਸਾਈ ਮਿਸ਼ਨਰੀਆਂ ਨੇ ਕੀਤੀ। ਸਭ ਤੋਂ ਪਹਿਲਾਂ 1811 ਵਿੱਚ ਇਸ ਵਿੱਚ ਵਿਲੀਅਮ ਕੈਰੀ ਦੁਆਰਾ ਤਿਆਰ ਕੀਤਾ ਬਾਈਬਲ ਦਾ ਅਨੁਵਾਦ ਛਪਿਆ ਤੇ 1812 ਵਿੱਚ ਉਸ ਦੀ ਲਿਖੀ ਹੋਈ ਪੰਜਾਬੀ ਵਿਆਕਰਨ ਛਪੀ। ਧਨੀ ਰਾਮ ਚਾਤ੍ਰਿਕ ਨੇ ਗੁਰਮੁਖੀ ਫੌਂਟ ਦੀ ਵਰਤੋਂ ਕਦੋਂ ਕੀਤੀ? ਧਨੀ ਰਾਮ ਚਾਤ੍ਰਿਕ ਨੇ ਗੁਰਮੁਖੀ ਫੌਂਟ ਦੀ ਵਰਤੋਂ 1900 ਵਿੱਚ ਆਪਣੇ ਗੁਰਦਰਸ਼ਨ ਪ੍ਰਿੰਟਿੰਗ ਪ੍ਰੈਸ ਵਿੱਚ ਕੀਤੀ। ਗੁਰਮੁਖੀ ਕੰਪਿਊਟਰ ਫੌਂਟ ਦਾ ਪਿਤਾਮਾ ਕੌਣ ਹੈ ਤੇ ਉਸਨੇ ਕਦੋਂ ਇਹ ਫੌਂਟ ਬਣਾਇਆ? ਗੁਰਮੁਖੀ ਕੰਪਿਊਟਰ ਫੌਂਟ ਦਾ ਪਿਤਾਮਾ ਅਮਰੀਕਾ ਨਿਵਾਸੀ ਕੁਲਬੀਰ ਸਿੰਘ ਥਿੰਦ ਹੈ, ਜਿਸਨੇ 1984 ਵਿੱਚ ਇਸ ਦਾ ਨਿਰਮਾਣ ਕੀਤਾ। ਗੁਰਮੁਖੀ ਫੌਂਟ ਉਤਾਰਨ ਲਈ ਕਿਸੇ ਇੱਕ ਵੈੱਬਸਾਈਟ ਦਾ ਨਾਮ ਲਿਖੋ। www.gurbanifiles.org। ਫੌਂਟ ਬਦਲੀ ਤਕਨੀਕ ਕੀ ਹੁੰਦਾ ਹੈ? ਗੁਰਮੁਖੀ ਫੌਂਟ ਕਨਵਰਟਰ ਦਾ ਜਨਮਦਾਤਾ ਕੌਣ ਹੈ? ਫੌਂਟ ਬਦਲੀ ਤਕਨੀਕ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਇੱਕ ਫੌਂਟ ਵਿੱਚ ਤਿਆਰ ਕੀਤੇ ਮੈਟਰ ਨੂੰ ਕਿਸੇ ਹੋਰ ਦੂਸਰੇ ਫੌਂਟ ਵਿੱਚ ਬਦਲਿਆ ਜਾ ਸਕਦਾ ਹੈ। ਗੁਰਮੁਖੀ ਫੌਂਟ ਕਨਵਰਟਰ ਦਾ ਜਨਮਦਾਤਾ ਡਾਕਟਰ ਜਨਮੇਜਾ ਸਿੰਘ ਜੌਹਲ ਹੈ। ਗੁਰਮੁਖੀ ਫੌਂਟ ਕਨਵਰਟਰ ਕਿਸ ਨੇ ਤਿਆਰ ਕੀਤੇ ਹਨ? ਸਭ ਤੋਂ ਪਹਿਲਾਂ ਪੰਜਾਬੀ ਫੌਂਟ ਕਨਵਰਟਰ ਡਾਕਟਰ ਜਨਮੇਜਾ ਸਿੰਘ ਜੌਹਲ ਨੇ ਤਿਆਰ ਕੀਤਾ ਤੇ ਫਿਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ। 5 ਗੁਰਮੁਖੀ ਫੌਂਟਾਂ ਦੇ ਨਾਮ ਲਿਖੋ। ਅਨਮੋਲ ਲਿਪੀ, ਧਨੀ ਰਾਮ ਚਾਤ੍ਰਿਕ ਵੈਬ, ਅਮਰ ਲਿਪੀ, ਸਤਲੁਜ ਅਤੇ ਸ਼੍ਰੀ ਅੰਗਦ। ਰਾਵੀ ਫੌਂਟ ਕਿਸਨੇ ਤਿਆਰ ਕੀਤਾ ਹੈ ਤੇ ਇਹ ਕਿੱਥੇ ਉਪਲਬਧ ਹੈ? ਰਾਵੀ ਫੌਂਟ ਇੱਕ ਯੂਨੀਕੋਡ ਫੌਂਟ ਹੈ ਜੋ ਕਿ ਮਾਈਕਰੋਸਾਫਟ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਵਿੰਡੋਜ਼ ਦੇ ਨਾਲ ਹੀ ਕੰਪਿਊਟਰ ਵਿੱਚ ਦਾਖਲ ਹੋਇਆ ਹੁੰਦਾ ਹੈ। ਕੀਬੋਰਡ ਮੁੱਖ ਤੌਰ 'ਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਕੀਬੋਰਡ ਮੁੱਖ ਤੌਰ 'ਤੇ 3 ਪ੍ਰਕਾਰ ਦੇ ਹੁੰਦੇ ਹਨ: ਫੋਨੈਟਿਕ, ਰਮਿੰਗਟਨ ਅਤੇ ਇਨਸਕ੍ਰਿਪਟ। ਫੋਨੈਟਿਕ ਕੀਬੋਰਡ ਕੀ ਹੁੰਦਾ ਹੈ? ਫੋਨੈਟਿਕ ਧੁਨੀਆਤਮਕ ਕੀਬੋਰਡ ਲੇਆਊਟ ਹੈ। ਇਸ ਰਾਹੀਂ ਤੁਸੀਂ ਅੰਗਰੇਜ਼ੀ ਦੇ ਅੱਖਰਾਂ ਦੀਆਂ ਧੁਨਾਂ ਦੇ ਆਧਾਰ 'ਤੇ ਗੁਰਮੁਖੀ ਅੱਖਰਾਂ ਨੂੰ ਟਾਈਪ ਕਰ ਸਕਦੇ ਹੋ। ਇਹ ਗੈਰ ਟਾਈਪਿਸਟ ਲਈ ਲਾਹੇਵੰਦ ਹੈ। ਰਮਿੰਗਟਨ ਕੀਬੋਰਡ ਕੀ ਹੁੰਦਾ ਹੈ? ਰਮਿੰਗਟਨ ਕੀਬੋਰਡ ਟਾਈਪਰਾਈਟਰ ਵਾਲਾ ਹੀ ਕੀਬੋਰਡ ਹੈ। ਇਸ ਰਾਹੀਂ ਟਾਈਪਿੰਗ ਦੀ ਜਾਣਕਾਰੀ ਰੱਖਣ ਵਾਲਾ ਵਰਤੋਂਕਾਰ ਹੀ ਟਾਈਪ ਕਰ ਸਕਦਾ ਹੈ। ਇਸ ਉੱਤੇ ਟਾਈਪਿਸਟ ਕੀਬੋਰਡ ਦੇ ਬਟਨਾਂ ਵੱਲ ਨਹੀਂ ਦੇਖਦਾ, ਸਗੋਂ ਮੋਨੀਟਰ ਦੀ ਸਕਰੀਨ ਵੱਲ ਦੇਖਦਾ ਹੈ। ਇਸ ਕੀਬੋਰਡ ਲਈ ਪੰਜਾਬੀ ਵਿੱਚ ਬਹੁਤ ਸਾਰੇ ਫੌਂਟਾਂ ਦਾ ਵਿਕਾਸ ਹੋ ਚੁੱਕਾ ਹੈ। ਇਨਸਕ੍ਰਿਪਟ ਕੀਬੋਰਡ ਕੀ ਹੁੰਦਾ ਹੈ? ਇਨਸਕ੍ਰਿਪਟ ਕੀਬੋਰਡ ਭਾਰਤੀ ਲਿਪੀਆਂ ਨੂੰ ਟਾਈਪ ਕਰਨ ਲਈ ਇੱਕ ਮਿਆਰੀ ਕੀਬੋਰਡ ਹੈ। ਇਹ ਵਿੰਡੋਜ਼, ਲਾਇਨਕਸ ਅਤੇ ਮੈਕ ਓਪਰੇਟਿੰਗ ਸਿਸਟਮ ਵਿੱਚ ਪਹਿਲਾਂ ਹੀ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਮੋਬਾਈਲ ਫੋਨਾਂ ਵਿੱਚ ਵੀ ਹੁੰਦੀ ਹੈ। ਇਸ ਰਾਹੀਂ ਇੱਕ ਭਾਰਤੀ ਲਿਪੀ ਵਿੱਚ ਟਾਈਪ ਕਰਨ ਵਾਲਾ ਵਿਅਕਤੀ ਦੂਜੀ ਭਾਰਤੀ ਲਿਪੀ ਵਿੱਚ ਵੀ ਟਾਈਪ ਕਰ ਸਕਦਾ ਹੈ। ਇਹ ਯੂਨੀਕੋਡ ਦਾ ਪੂਰਾ ਸਮਰਥਨ ਕਰਦਾ ਹੈ। ਯੂਨੀਕੋਡ ਪ੍ਰਣਾਲੀ ਕੀ ਹੈ? ਯੂਨੀਕੋਡ ਪ੍ਰਣਾਲੀ ਵਿੱਚ ਦੁਨੀਆ ਦੀ ਹਰ ਇੱਕ ਭਾਸ਼ਾ ਦੇ ਅੱਖਰਾਂ, ਅੰਕਾਂ ਤੇ ਵਿਸ਼ੇਸ਼ ਚਿੰਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਹ ਪ੍ਰਣਾਲੀ ਇਹਨਾਂ ਨੂੰ ਇੱਕ ਵਿਸ਼ੇਸ਼ ਤੇ ਵਿਲੱਖਣ ਕੋਡ ਪ੍ਰਦਾਨ ਕਰਦੀ ਹੈ ਜੋ ਯੂਨੀਕੋਡ ਕਬੂਲ ਕਰਨ ਵਾਲੇ ਹਰ ਕੰਪਿਊਟਰ ਵਿੱਚ ਸਥਿਰ ਰਹਿੰਦਾ ਹੈ। ਇਸ ਨਾਲ ਅੰਗਰੇਜ਼ੀ ਤੋਂ ਇਲਾਵਾ ਸੰਸਾਰ ਦੀਆਂ ਹੋਰਨਾਂ ਭਾਸ਼ਾਵਾਂ ਨੂੰ ਵੀ ਵਿਆਪਕ ਰੂਪ ਵਿੱਚ ਕੰਪਿਊਟਰ ਉੱਤੇ ਵਰਤਣਾ ਸੰਭਵ ਹੋਇਆ ਹੈ। ਇਸ ਵਿੱਚ ਗੁਰਮੁਖੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਵੀ ਸ਼ਾਮਿਲ ਹਨ। ਇਸਨੇ ਕੰਪਿਊਟਰਾਂ ਉੱਤੇ ਫੌਂਟਾਂ ਦੀ ਭਿੰਨਤਾ ਤੋਂ ਪੈਦਾ ਹੋਣ ਵਾਲੀ ਸਮੱਸਿਆ ਦਾ ਹੱਲ ਕੀਤਾ ਹੈ। ਯੂਨੀਕੋਡ ਫੌਂਟ ਕਦੋਂ ਤਿਆਰ ਕੀਤਾ ਗਿਆ ਸੀ? ਯੂਨੀਕੋਡ ਫੌਂਟ ਸਭ ਤੋਂ ਪਹਿਲਾਂ 1991 ਵਿੱਚ ਜਾਪਾਨ ਵਿਖੇ
ਮੈਕਿਨਟੋਸ਼ ਕੰਪਿਊਟਰ ਲਈ ਤਿਆਰ ਕੀਤਾ ਗਿਆ ਸੀ।